ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ। ਭੂਲ छिमो हमरी प्रभापन भूलन हार कहाँ को मोसो काहे रे बन खोजन जाई सरब निवासी सदा लेपा तोहे संग समाई। महाराज धन गुरु ग्रंथ साहब जी, धन गुरु गोबिंद सिंह साहब सच्चे पातशाह, धन गुरु नानक साहब हजूर, धन धन गुरु ग्रंथ साहब जी महाराज। वाहिगुरु जी का खालसा, वाहिगुरु जी की फतेह। सिद्ध घोष की बाणी ਦੀ ਵਿਚਾਰ ਕਰਦੇ ਕਰਦੇ ਅਸੀਂ 35 ਪਦੇ ਵਿਚਾਰ ਚੁੱਕੇ ਹਾਂ। ਸ਼ੁਰੂ ਦੇ ਪਦਾਂ ਵਿੱਚ ਸਾਹਿਬ ਨੇ ਸਿੱਧਾਂ ਨਾਲ ਹੋਈ ਗੋਸ਼ਟੀ ਪ੍ਰਗਟ ਕੀਤੀ, ਜਿਹਦੇ ਵਿੱਚ ਸਿੱਧਾਂ ਦੀ ਔਰ ਸਾਹਿਬ ਦੀ ਵਿਚਾਰ ਇੱਕ ਗੋਸ਼ਟੀ ਦੇ ਰੂਪ ਵਿੱਚ ਚੱਲ ਰਹੀ ਹੈ। ਉਸ ਵਿਚਾਰ ਤੋਂ ਉਤਪੰਨ ਹੋਏ ਪ੍ਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਸਾਹਿਬ ਨੇ ਫਿਰ ਸਾਨੂੰ ਨਾਮ ਦੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ, ਮਨਮੁਖ ਔਰ ਗੁਰਮੁਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਪਿਛਲੇ ਕੁਝ ਪਦਾਂ ਤੋਂ ਅਸੀਂ ਨਾਮ ਦੇ ਕੀ ਲਾਭ ਨੇ ਉਹਨਾਂ ਦੀ ਵਿਚਾਰ ਕਰਦੇ ਹਾਂ। ਗੁਰਮੁਖ ਔਰ ਮਨਮੁਖ ਕੀ ਹੈ ਉਹਦੀ ਵਿਚਾਰ ਚੱਲਦੀ ਹੈ। ਇੱਕ ਇਹੋ ਜਿਹੇ ਦੇਸ਼ ਦੀ ਗੱਲ ਹੋ ਰਹੀ ਹੈ ਜਿਸ ਦੇਸ਼ ਦੇ ਬਾਰੇ ਸਾਨੂੰ ਗਿਆਨ ਨਹੀਂ ਹੈ, ਜਿਹਦੀ ਵਿੱਚ ਸੋਚ ਦੱਸਣੀ, ਜਿਹਦੇ ਬਾਰੇ ਦੱਸਣਾ ਵਿਚਾਰ ਤੋਂ ਵੀ ਪਰੇ ਹੈ। ਇੱਕ ਇਹੋ ਜਿਹੀ ਮਾਨਸਿਕ ਅਵਸਥਾ ਦੀ ਗੱਲ ਸਾਹਿਬ ਪ੍ਰਗਟ ਕਰ ਰਹੇ ਹਨ ਜਿਹੜੀ ਅਗਮ ਹੈ, ਅਲੱਖ ਹੈ, ਨਾ ਲਿਖੀ ਜਾ ਸਕਦੀ ਹੈ, ਨਾ ਦੱਸੀ ਜਾ ਸਕਦੀ ਹੈ, ਨਾ ਉਹ ਕਿਸੇ ਡਿਸਕ੍ਰਿਪਸ਼ਨ ਦੇ ਅੰਦਰ ਹੈ। ਸਾਹਿਬ ਨੇ ਇਸ ਬਾਣੀ ਵਿੱਚ ਇਹ ਸ਼ਬਦ ਵੀ ਵਰਤੇ ਹਨ ਸਾਡੇ ਨਾਲ, ਅਵਗਤੋਂ ਨਿਰਮਾਇਲ ਉਪਜੇ। ਅਵਗਤੋਂ ਜਿਹੜਾ ਡੈਫੀਨੇਸ਼ਨ ਤੋਂ ਪਰੇ ਹੋਏ, ਸ਼ੇਪ ਤੋਂ, ਫਾਰਮ ਤੋਂ ਪਰੇ ਹੋਏ, ਡਿਸਕ੍ਰਿਪਸ਼ਨ ਤੋਂ ਪਰੇ ਹੋਏ। ਮਹਾਰਾਜ ਨੇ ਸਾਨੂੰ ਕਾਫੀ ਕੁਝ ਸਮਝਾਇਆ ਹੈ। ਇੱਕ ਸ਼ਬਦ ਮੈਂ ਪਿੱਛੇ ਪੰਕਤੀਆਂ ਤੋਂ ਅੱਜ ਅਰਾਧਾ ਸੀ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਕੀ ਕੁਝ ਨਹੀਂ ਦੱਸ ਦਿੱਤਾ ਇੱਕ ਬੰਤੀ ਵਿੱਚ ਸਾਹਿਬ ਨੇ। ਪੂਰੇ ਗੁਰ ਤੇ, ਗੁਰੂ ਜਦੋਂ ਪੂਰਾ ਹੁੰਦਾ ਹੈ ਤਾਂ ਨਾਮ ਮਿਲਦਾ ਹੈ ਉਸ ਤੋਂ। ਨਾਮ ਵੀ ਇੱਕ ਅਕਥ ਡਾਇਮੈਂਸ਼ਨ ਹੈ ਜਿੱਥੇ ਮੈਂ ਨਹੀਂ ਹਾਂ। ਮੈਨੂੰ ਆਪਣੀ ਈਗੋ ਤੋਂ ਪਰੇ ਰਹਿਣ ਦਾ ਕੋਈ ਗਿਆਨ ਨਹੀਂ ਹੈ। ਮੈਂ ਸਿਰਫ ਆਪਣੀ ਡਿਫਾਈਨਡ ਕੰਡੀਸ਼ਨਡ ਮਾਈਂਡ ਵਿੱਚ ਰਹਿਣ ਦਾ ਕੰਫਰਟ ਵਿੱਚ ਹਾਂ, ਇਸ ਤੋਂ ਪਰੇ ਨਹੀਂ ਰਹਿ ਸਕਦਾ। ਪਰ ਗੁਰੂ ਇਹ ਜਾਚ ਦੱਸਦਾ ਹੈ। ਗੁਰੂ ਬਾਂਹ ਫੜ ਕੇ ਜਿਵੇਂ ਉੱਥੇ ਲੈ ਜਾਂਦਾ ਹੈ ਜਿੱਥੇ ਮੈਨੂੰ ਖੜੇ ਹੋਣ ਦੀ ਜਗ੍ਹਾ ਨਹੀਂ ਹੈ, ਜਿਵੇਂ ਕੋਈ ਕਿਸੇ ਨੂੰ ਬੱਦਲਾਂ ਦੇ ਵਿੱਚ ਲੈ ਜਾਏ ਔਰ ਧਰਤੀ ਹੀ ਨਾ ਹੋਏ ਥੱਲੇ। ਸਾਨੂੰ ਇਹੀ ਨਾ ਸਮਝ ਆਏ ਕਿ ਖਲੋਣਾ ਕਿਸ ਤਰ੍ਹਾਂ ਹੈ, ਐਗਜ਼ਿਸਟ ਕਿਵੇਂ ਕਰਨਾ ਹੈ ਇਸ ਰੈਲਮ ਵਿੱਚ। ਉੱਥੇ ਗੁਰੂ ਦੀ ਬਾਂਹ ਫੜਨੀ, ਗੁਰੂ ਦਾ ਨਾਲ ਰਹਿਣਾ, ਗੁਰੂ ਦਾ ਸੰਗ, ਗੁਰੂ ਦਾ ਪ੍ਰੇਮ, ਉੱਥੋਂ ਇੱਕ ਨਵੇਂ ਜੀਵਨ ਦੀ ਪੋਸੀਬਿਲਿਟੀਜ਼ ਖੋਲ੍ਹਦਾ ਹੈ। ਸਾਹਿਬ ਨੇ ਪਿੱਛੇ ਸਾਨੂੰ ਇਹ ਵੀ ਸਮਝਾਇਆ ਕਿ ਇੱਕ ਨਵਾਂ ਜੀਵਨ ਮਿਲਦਾ ਹੈ। ਇੱਕ ਨਵੇਂ ਜੀਵਨ ਦੀ ਗੱਲ ਸਤਿਗੁਰੂ ਤੋਂ ਚੱਲਦੀ ਹੈ। ਇੱਕ ਅਧਿਆਤਮਕ ਜੀਵਨ, ਉਹ ਜੀਵਨ ਜਿਹੜਾ ਇਸ ਸਰੀਰਕ ਜੀਵਨ ਤੋਂ ਜ਼ਿਆਦਾ ਸੱਤ ਹੈ। ਅਸੀਂ ਇਸ ਫਿਜ਼ੀਕਲ ਰੈਲਮ ਨੂੰ ਹੀ ਸੱਚ ਜਾਣਦੇ ਹਾਂ। ਇਹ ਐਬਸੋਲੂਟ ਟਰੁੱਥ ਦਿਖਦਾ ਹੈ ਸਾਨੂੰ, ਪਰ ਮੈਟਰ ਇਤਨਾ ਟਰੁੱਥ ਨਹੀਂ ਹੈ, ਇਤਨਾ ਸੱਚ ਨਹੀਂ ਹੈ ਜਿਤਨਾ ਅਸੀਂ ਇਹਨੂੰ ਸਮਝ ਲਿਆ ਹੈ, ਜਿਤਨਾ ਅਸੀਂ ਇਸ ਨੂੰ ਠੋਸ ਜਾਣਦੇ ਹਾਂ, ਗ੍ਰੋਸ ਜਾਣਦੇ ਹਾਂ, ਰੀਅਲ ਜਾਣਦੇ ਹਾਂ, ਉਤਨਾ ਇਹ ਰੀਅਲ ਨਹੀਂ ਲੱਗਦਾ ਅਧਿਆਤਮਕ ਪੱਖ ਤੋਂ। ਸਾਹਿਬ ਨੇ ਦੱਸਿਆ ਸਾਨੂੰ ਪਿੱਛੇ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਆਵਾਗਮਨ, ਮੂਵਮੈਂਟ, ਇਨਸਟੇਬਿਲਿਟੀ, ਇਨਸਿਕਿਉਰਿਟੀ, ਇਹ ਸਭ ਚਲੀ ਗਈ, ਸਤਿਗੁਰ ਮਿਲ ਗਿਆ।
ਸਤਿਗੁਰੂ ਦੇ ਅਸੀਂ 3 ਪਹਿਲੂ ਵਿਚਾਰ ਚੁੱਕੇ ਹਾਂ। ਨਿਰੰਕਾਰ ਵੀ ਗੁਰੂ ਹੈ, ਗੁਰੂ ਗ੍ਰੰਥ ਵੀ ਗੁਰੂ ਹੈ, ਸ਼ਬਦ ਵੀ ਗੁਰੂ ਹੈ, ਔਰ ਫਿਜ਼ੀਕਲ ਫਾਰਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਬਖਸ਼ ਗਏ ਹਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂੰ ਨਿਵਾਸ। ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦੇ। ਪੁਰਾਣੀ ਰੀਤਾਂ ਵਿੱਚ 3 ਪਲੇਨਸ ਵਿੱਚ ਰਿਐਲਿਟੀ ਦੀ ਐਗਜ਼ਿਸਟੈਂਸ, ਗੁਰੂ ਦੀ ਐਗਜ਼ਿਸਟੈਂਸ ਡਿਫਾਈਨ ਕੀਤੀ ਜਾ ਰਹੀ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦੇ। ਜੀਵਨ ਵਿੱਚ ਬਾਣੀ ਤੋਂ ਕਿਸ ਅਸਰ ਨਾਲ ਕੀ ਚੇਂਜਸ ਸਾਡੇ ਅੰਦਰ ਆ ਸਕਦੇ ਨੇ, ਇਹ ਕੰਪਰੀਹੈਂਸ਼ਨ ਬੜਾ ਦੂਰ ਹੈ। ਇਹਨੂੰ ਅੰਡਰਸਟੈਂਡ ਕਰਨਾ ਲੌਜੀਕਲੀ ਬਹੁਤ ਮੁਸ਼ਕਿਲ ਗੱਲ ਹੈ, ਪਰ ਬਾਣੀ ਇਹਦੇ ਇਸ਼ਾਰੇ ਦਿੰਦੀ ਹੈ। ਇੱਕ ਸਦਾ ਸ਼ਬਦ ਮੈਨੂੰ ਬੜਾ ਪ੍ਰੀਤੀ ਲੱਗਦਾ ਹੈ। ਸਦਾ ਸਭ ਕੁਝ ਚੇਂਜ ਕਰ ਦਿੰਦਾ ਹੈ। ਸਦਾ ਸੁਖ ਔਰ ਸੁਖ ਵਿੱਚ ਬਹੁਤ ਅੰਤਰ ਹੈ। ਸਦਾ ਸੁਖ ਇੱਕ ਆਨੰਦ ਦਾ ਰੂਪ ਹੈ, ਐਬਸੋਲੂਟ ਹੈ, ਜਿਹਦੀ ਕੋਈ ਆਪੋਜ਼ਿਟ ਨਹੀਂ ਹੈ, ਜਿਹੜਾ ਦੁਐਤ ਵਿੱਚ ਐਗਜ਼ਿਸਟ ਨਹੀਂ ਕਰਦਾ, ਜਿਹੜਾ ਆਪਣੇ ਆਪ ਵਿੱਚ ਹੈ ਹੀ, ਕਿਸੇ ਕੰਡੀਸ਼ਨ ਕਰਕੇ ਨਹੀਂ ਹੈ। ਔਰ ਜੀਵਨ ਦਾ ਸੁਖ ਤਾਂ ਦੁੱਖ ਦਾ ਇੱਕ ਹੋਰ ਰੂਪ ਹੀ ਹੈ। ਇਸ ਭਾਵ ਤੋਂ ਜਿਸ ਕੋਲ ਦੁਨੀਆ ਦੇ ਸਾਰੇ ਸੁੱਖ ਹਨ, ਉਸ ਤੋਂ ਜ਼ਿਆਦਾ ਦੁਖੀ ਕੋਈ ਨਹੀਂ ਹੋਏਗਾ। ਜਰਾ ਟਟੋਲ ਕੇ ਦੇਖਣਾ, ਥੋੜ੍ਹਾ ਜਿਹਾ ਨੇੜੇ ਜਾ ਕੇ ਦੇਖਣਾ ਪਏਗਾ। ਦੂਰੋਂ ਤਾਂ ਪਰਸੋਨਾ ਦਿਖਦਾ ਹੈ, ਰਿਐਲਿਟੀ ਨਹੀਂ। ਫੇਸ ਦਿਖਦਾ ਹੈ ਬਸ। ਪਾਰਟੀ ਦੇ ਵਿੱਚ ਸਭ ਮੁਸਕਰਾ ਕੇ ਘੁੰਮਦੇ ਹਨ। ਮਨ ਦੇ ਅੰਦਰ ਕਿਤੇ ਕੀ ਬੀਤ ਰਹੀ ਹੈ ਸਾਨੂੰ ਨਹੀਂ ਪਤਾ ਹੈ, ਪਰ ਇਹਨਾਂ ਚਿਹਰਿਆਂ ਦਾ ਸਾਡੇ 'ਤੇ ਅਕਸ ਬੜਾ ਹੈ, ਔਰ ਅਸੀਂ ਉਸੇ ਨੂੰ ਸੱਚ ਜਾਣ ਲੈਂਦੇ ਹਾਂ। ਮਹਾਰਾਜ ਨੇ ਸਾਨੂੰ ਜੀਵਨ ਦੇ ਤੱਤ ਬਾਰੇ ਬਹੁਤ ਕੁਝ ਦੱਸਿਆ। ਅੱਜ ਦੀ ਪਦੇ ਵਿੱਚ ਸਾਹਿਬ ਕੁਝ ਇਹੋ ਜਿਹੀ ਹੀ ਨਿਰਾਲੀ ਗੱਲ ਅੱਗੇ ਵਧਾਉਣਗੇ। 36ਵਾਂ ਪਦਾ ਅੱਜ ਅਸੀਂ ਵਿਚਾਰਨਾ ਹੈ। ਕੋਈ ਵੀਰ ਭੈਣ ਉਹਨੂੰ ਪੜ੍ਹ ਦੇਣ, ਫਿਰ ਅਸੀਂ ਉਹਨੂੰ ਅੱਗੇ ਲੈ ਜਾਈਏ। ਇਸ ਵਿਚਾਰ ਦੇ ਵਿੱਚ ਆਪਣੀ ਸੁਰਤ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਇਸ ਬਾਣੀ ਵਿੱਚ ਬੜੇ ਅਨਮੋਲ ਦਰਸ਼ਨ ਨੇ, ਔਰ ਹਰ ਪਦਾ ਇੱਕ ਨਵੀਂ ਡਾਇਮੈਂਸ਼ਨ, ਇੱਕ ਨਵੇਂ ਪੱਖ ਨੂੰ ਖੋਲ੍ਹਦਾ ਹੈ ਸਾਡੇ ਲਈ। ਜੀ ਕਿਆ ਬਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਭਾਵੈ ਦਰਗਾਹ ਮਾਨ, ਗੁਰਮੁਖ ਬਹੁ ਪੰਜਨ ਪ੍ਰਧਾਨ। ਗੁਰਮੁਖ ਕਰਣੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰਮੁਖ ਸ਼ਬਦ ਵੀ ਜਿਸ ਤਰ੍ਹਾਂ ਗੁਰੂ ਦੇ ਡਾਇਮੈਂਸ਼ਨਸ ਹਨ, ਇਸ ਤਰ੍ਹਾਂ ਗੁਰਮੁਖ ਦੀ ਵੀ ਡਾਇਮੈਂਸ਼ਨਸ ਹਨ। ਗੁਰਮੁਖ ਨਿਰੰਕਾਰ ਵੀ ਹੈ, ਗੁਰੂ ਵੀ ਹੈ, ਔਰ ਉਹ ਵੀ ਹੈ ਜੋ ਗੁਰੂ ਦੇ ਸ਼ਬਦ 'ਤੇ ਹਾਜ਼ਰ ਹੋ ਕੇ ਪਹਿਰਾ ਦਿੰਦਾ ਹੈ। ਇਹ ਤਿੰਨੋਂ ਪੱਖਾਂ ਵਿੱਚ ਗੁਰੂ ਉਸੇ ਤਰ੍ਹਾਂ ਚੱਲਦਾ ਹੈ ਜਿਵੇਂ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦੇ। ਗੁਰਮੁਖ ਤੋਂ ਜਦੋਂ ਅਸੀਂ ਤਿੰਨਾਂ ਡਾਇਮੈਂਸ਼ਨ ਵਿੱਚ ਪਤਾ ਵਿਚਾਰਦੇ ਹਾਂ, ਤੇ ਫਿਰ ਹਰ ਮੀਨਿੰਗ ਵਿੱਚ ਅਲੱਗ ਡਾਇਮੈਂਸ਼ਨ ਖੁੱਲ੍ਹਦੀ ਹੈ। ਨਾਮ ਸਾਨੂੰ ਗੁਰੂ ਨੇ ਦਿੱਤਾ ਹੈ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਇਸ ਨਾਮ ਤੋਂ ਅਸੀਂ ਕੀ ਸਮਝ ਸਕਦੇ ਹਾਂ? ਨਿਰੰਕਾਰ ਨਾਲ ਜੁੜਨ ਦੀ ਜੋ ਵਿਧੀ ਹੈ, ਉਹ ਸ਼ਬਦ ਦੇ ਜ਼ਰੀਏ ਨਾਮ ਵਿੱਚ ਹਾਜ਼ਰ ਕੀਤੀ ਹੈ ਸਾਹਿਬ ਨੇ। ਜਦੋਂ ਮੈਂ ਆਪਣੇ ਡਿਫਾਈਨਡ ਮਨ ਤੋਂ, ਆਪਣੇ ਕੰਡੀਸ਼ਨਡ ਮਾਈਂਡ ਤੋਂ, ਨੋਨ ਮਾਈਂਡ ਤੋਂ ਪਰੇ ਚਲੇ ਜਾਂਦਾ, ਇੱਕ ਇਹੋ ਜਿਹੇ ਰੈਲਮ ਵਿੱਚ ਜਿੱਥੇ ਮੈਂ ਨਹੀਂ ਹਾਂ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਏ। ਜਿੱਥੇ ਮੈਂ ਨਹੀਂ ਹਾਂ, ਉੱਥੇ ਨਾਮ ਪ੍ਰਗਟ ਹੋ ਜਾਂਦਾ ਹੈ। ਨਾਮ ਆਧਾਰ ਹੈ ਸਾਰੀ ਸ੍ਰਿਸ਼ਟੀ ਦਾ, ਸਾਰੇ ਜੀਵਨ ਦਾ। ਨਿਰੰਕਾਰ ਦੇ ਦਰਸ਼ਨ ਨਾਮ ਵਿੱਚ ਹਨ। ਸਾਹਿਬ ਦੱਸਦੇ ਹਨ, ਨਾਮ ਸਾਨੂੰ ਦਾਨ ਦੇ ਰੂਪ ਵਿੱਚ ਮਿਲਿਆ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਸਾਨੂੰ ਗੁਰੂ ਨੇ ਦਿੱਤਾ,
ਇੱਕ ਦਾਨ ਦੇ ਰੂਪ ਵਿੱਚ, ਗੁਰਪ੍ਰਸਾਦ ਦੇ ਰੂਪ ਵਿੱਚ। ਇੱਕ ਤਰ੍ਹਾਂ ਦੇਖਿਆ ਜਾਏ ਤੇ ਨਿਰੰਕਾਰ ਨਾਮ ਸਦਾ ਹੀ ਹਾਜ਼ਰ ਕਰਦਾ ਹੈ, ਔਰ ਜੋ ਉਹਦੇ ਨਾਲ ਜੁੜ ਸਕਦੇ ਹਨ, ਜਿਹੜੇ ਉਹਦੀ ਉਡੀਕ ਰੱਖਦੇ ਹਨ, ਜੁੜ ਜਾਂਦੇ ਹਨ। ਪਪੀਹਾ ਅੰਮ੍ਰਿਤ ਵੇਲੇ ਬੋਲਿਆ, ਤਾਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ, ਵਰਸੇ ਕਿਰਪਾ ਤਾਰ। ਕਿਰਪਾ ਤਾਂ ਬਰਖੀ ਰਹੀ ਹੈ, ਅਸੀਂ ਉਸ ਨੂੰ ਲੈਣ ਵਾਲੇ ਨਹੀਂ ਬਣ ਪਾ ਰਹੇ, ਅਸੀਂ ਉਹਦੇ ਪਾਤਰ ਨਹੀਂ ਬਣ ਪਾ ਰਹੇ। ਕਿਵੇਂ ਮੈਂ ਉਸ ਨੂੰ ਰਿਸੀਵ ਕਰ ਸਕਦਾ ਹਾਂ, ਕਿਵੇਂ ਮੈਂ ਕਿਰਪਾ ਨੂੰ ਜਾਣ ਸਕਦਾ ਹਾਂ, ਕਿਵੇਂ ਮੈਂ ਨਾਮ ਵਿੱਚ ਉਤਰ ਸਕਦਾ ਹਾਂ, ਕਿਉਂਕਿ ਮੈਂ ਆਪਣੇ ਹੰਕਾਰ ਵਿੱਚ ਹੀ, ਆਪਣੇ ਮੈਂ ਨੂੰ ਪਕੜ ਕਰ ਹੀ ਜੀਣਾ ਜਾਣਦਾ ਹਾਂ। ਇਸ ਤੋਂ ਅੱਗੇ ਮੈਂ ਨਹੀਂ ਜਾਣਦਾ। ਹੁਣ ਇਹ ਚੀਜ਼ ਸਾਨੂੰ ਸਮਝਣੀ ਹੈ। ਨਾਮ ਤੋਂ ਫਿਰ ਦਾਨ ਦੇ ਰੂਪ ਵਿੱਚ ਸਾਨੂੰ ਮਿਲਿਆ, ਔਰ ਇਹ ਦਾਨ ਨਿਰੰਕਾਰ ਨੇ ਸਾਨੂੰ ਦਿੱਤਾ। ਅਸੀਂ ਇਹਨੂੰ ਸੰਭਾਲਿਆ ਕਿ ਨਹੀਂ ਸੰਭਾਲਿਆ, ਇਹ ਡਿਪੈਂਡ ਕਰਦਾ ਹੈ ਸਾਡੇ ਮਨ ਦੀ ਅਵਸਥਾ 'ਤੇ। ਮਨ ਕਿਤਨਾ ਖਿੰਡਾਓ ਵਿੱਚ ਹੈ, ਮਨ ਇਕਾਗਰਤਾ ਤੋਂ ਕਿਤਨੀ ਦੂਰ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਅੱਜ ਅਸੀਂ ਦਾਨ ਦੀ ਗੱਲ ਜਦੋਂ ਕਰਦੇ ਹਾਂ ਤਾਂ ਜਿਹੜਾ ਮੈਂ ਦਾਨ ਕਰਦਾ ਹਾਂ, ਅਗਰ ਉਹਦੇ ਵਿੱਚ ਮੈਂ ਹਾਂ ਤਾਂ ਉਹ ਦਾਨ ਨਹੀਂ ਹੈ, ਉਹ ਹਿਸਾਬ ਹੈ, ਔਰ ਉਹ ਲਿਖਿਆ ਜਾਏਗਾ, ਔਰ ਉਹ ਹਿਸਾਬ ਹੋਏਗਾ। ਦਾਨ ਤਾਂ ਉਹ ਹੈ ਜੋ ਨਾਮ ਦੀ ਅਵਸਥਾ ਵਿੱਚ ਲਿੱਤਾ ਔਰ ਦਿੱਤਾ ਜਾਂਦਾ ਹੈ। ਨਿਰੰਕਾਰ ਸਾਨੂੰ ਨਾਮ ਬਖਸ਼ਦਾ ਹੈ, ਗੁਰੂ ਨੇ ਸਾਨੂੰ ਸ਼ਬਦ ਬਖਸ਼ਿਆ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਸ਼ਬਦ ਰੂਪ ਵਿੱਚ ਹਾਜ਼ਰ ਹਨ, ਔਰ ਗੁਰਮੁਖ ਨਾਮ ਦੇ ਵਿੱਚ ਦਾਨ ਦਿੰਦਾ ਹੈ, ਉਸੇ ਨੂੰ ਨਾਮ ਗਿਣਿਆ ਜਾਂਦਾ ਹੈ। ਜਿਹੜੀ ਸੇਵਾ ਵਿੱਚ ਮੈਂ ਹਾਂ ਉਹ ਸੇਵਾ ਨਹੀਂ ਹੈ, ਉਹ ਇੱਕ ਕੰਮ ਹੈ ਜਾਂ ਲੈਣ ਦੇਣ ਵਾਲਾ ਹਿਸਾਬ ਹੈ। ਜਿਵੇਂ ਕਿਸੇ ਦਾ ਬਹੀ ਖਾਤਾ ਹੁੰਦਾ ਹੈ, ਜਦ ਮੈਂ ਦਿੱਤਾ ਤੇ ਫਿਰ ਮੈਂ ਲਵਾਂਗਾ ਵੀ, ਜਦ ਮੈਂ ਦੇਣ ਵਾਲਾ ਹੋਵਾਂਗਾ ਤਾਂ ਨਿਰੰਕਾਰ ਹਾਜ਼ਰ ਨਹੀਂ ਹੈ। ਅਗਰ ਮੈਂ ਦਿੱਤਾ ਤਾਂ ਮੈਂ ਉਹਦੀ ਲਕੀਰ ਆਪਣੇ ਜੀਵਨ ਵਿੱਚ ਔਰ ਦੇਣ ਵਾਲੇ ਦੇ ਜੀਵਨ ਵਿੱਚ ਬਿਠਾ ਰਿਹਾ ਹਾਂ। ਇਸ ਕਰਕੇ ਤੁਸੀਂ ਦੇਖਣਾ ਕਿ ਜਿੱਥੇ ਲੋਕ ਕਹਿੰਦੇ ਹਨ ਕਿ ਅਸੀਂ ਬਹੁਤ ਦਾਨ ਦਿੱਤਾ, ਔਰ ਜਦੋਂ ਉਹ ਕਿਸੇ ਇੱਕ ਜਾਂ ਦੋ ਜਨ ਨੂੰ ਬਹੁਤ ਕੁਝ ਦਿੰਦੇ ਹਨ, ਸਾਈਕੋਲੋਜੀਕਲੀ ਉਹ ਡੋਮੀਨੇਟ ਕਰਦੇ ਹਨ ਫਿਰ, ਔਰ ਉਸ ਦਾ ਬਦਲਾ ਅਗਲਾ ਜਨ ਲੈਂਦਾ ਹੈ। ਤਾਂ ਅਸੀਂ ਬਾਅਦ ਦਫਾ ਸੁਣਿਆ ਹੋਵੇਗਾ, ਮੈਂ ਤੇ ਇਤਨਾ ਕੁਝ ਭਲਾ ਕੀਤਾ, ਉਹਨਾਂ ਨੇ ਮੇਰੇ ਨਾਲ ਬੁਰਾ ਕੀਤਾ। ਇਹ ਸਾਈਕੋਲੋਜੀਕਲ ਗੇਮ ਹੈ। ਜਦ ਮੈਂ ਜਤਾਵਾਂਗਾ ਕਿਸੇ ਨੂੰ ਮੈਂ ਦਿੱਤਾ ਤਾਂ ਮੈਂ ਡੋਮੀਨੇਟ ਕਰਨ ਦਾ ਯਤਨ ਕਰ ਰਿਹਾ ਹਾਂ, ਕੰਟਰੋਲ ਕਰਨ ਦਾ ਯਤਨ ਕਰ ਰਿਹਾ। ਉਹਦਾ ਨੁਕਸਾਨ ਦੋਨਾਂ ਨੂੰ ਹੋਏਗਾ। ਇਸ ਕਰਕੇ ਜਦੋਂ ਲੈਣ ਦੇਣ ਨਾਮ ਤੋਂ ਬਿਨਾਂ ਹੈ ਤਾਂ ਉਹ ਬਹੀ ਖਾਤਾ ਹੈ, ਟ੍ਰੇਡ ਹੈ, ਕੰਮ ਹੈ, ਹੋਰ ਸਭ ਕੁਝ ਹੈ, ਬਟ ਨਾਮ ਨਹੀਂ ਹੈ। ਪ੍ਰੇਮ ਦਾ ਲੈਣ ਦੇਣ ਬਹੀ ਖਾਤੇ ਵਿੱਚ ਨਹੀਂ ਹੁੰਦਾ। ਜਦੋਂ ਪ੍ਰੇਮ ਹੁੰਦਾ ਹੈ ਉੱਥੇ ਕੋਈ ਹਿਸਾਬ ਨਹੀਂ ਹੁੰਦਾ। ਪਰ ਇਹ ਬੜੀ ਮੁਸ਼ਕਿਲ ਅਵਸਥਾ ਹੈ। ਨਾ ਹੀ ਅਸੀਂ ਇਸ ਪ੍ਰੇਮ ਨੂੰ ਜਾਣਦੇ ਹਾਂ ਜਿਹੜਾ ਅਨਕੰਡੀਸ਼ਨਡ ਪ੍ਰੇਮ ਹੈ, ਨਾ ਹੀ ਅਸੀਂ ਉਸ ਨਾਮ ਦੇ ਵਿੱਚ ਇਤਨੇ ਹਾਲੇ ਰੁੱਝੇ ਹਾਂ। ਹਾਲੇ ਉਹ ਮਜੀਠ ਰੰਗ ਨਹੀਂ ਚੜਿਆ ਮਨ ਨੂੰ। ਅੱਜ ਦੇ ਪਦੇ ਵਿੱਚ ਜੀ ਕੀਤਾ ਮੈਨੂੰ ਮਨ ਦੀ ਵੀ ਕੁਝ ਗੱਲ ਚਲਾਈਏ, ਕਿਉਂਕਿ ਅਗਲੀ ਪੰਕਤੀ ਵਿੱਚ ਸਾਹਿਬ ਨੇ ਕੁਝ ਇਹੋ ਜਿਹੇ ਸ਼ਬਦ ਪ੍ਰਗਟ ਕੀਤੇ ਹਨ ਜਿਨ੍ਹਾਂ ਨਾਲ ਮਨ ਦਾ ਬੜਾ ਰਿਸ਼ਤਾ ਹੈ। ਮਨ ਦਰਅਸਲ ਕਿਸ ਰੂਪ ਵਿੱਚ, ਕਿਸ ਭਾਵ ਵਿੱਚ ਚੱਲਦਾ ਹੈ। ਪਿਛਲੇ ਪਦੇ ਵਿੱਚ ਅਸੀਂ ਇੱਕ ਪ੍ਰੋਬਲਮ ਦਾ ਸੋਲੂਸ਼ਨ ਦੇਖਿਆ ਕਿ ਮਨ ਨੂੰ ਟਿਕਾਣਾ ਕਿੱਥੇ ਹੈ, ਮਨ ਨੂੰ ਪਰਚਾਣਾ ਕਿਵੇਂ ਹੈ। ਇਹ ਸਾਡੇ ਜੀਵਨ ਦੀ ਪ੍ਰੋਬਲਮ ਹੈ। ਮੇਰੇ ਮਨ ਦੇ ਭਟਕਣ ਕਰਕੇ, ਅਧੂਰੇਪਣ ਕਰਕੇ ਅਸੀਂ ਸਾਰੇ ਪਰੇਸ਼ਾਨ ਹਾਂ। ਸਾਰੀ ਸ੍ਰਿਸ਼ਟੀ ਇਸੇ ਗੱਲ ਕਰਕੇ ਪਰੇਸ਼ਾਨ ਹੈ, ਔਰ ਇਸੇ ਤੋਂ ਸਾਰੇ ਮਸਲੇ ਖੜੇ ਹੁੰਦੇ ਹਨ। ਕੋਈ ਆਪਣੇ ਮਨ ਨੂੰ ਪਰਚਾਉਂਦਾ ਹੈ ਦੂਸਰੇ ਨੂੰ ਸਪਰੈਸ ਕਰਕੇ, ਕੋਈ ਆਪਣੇ ਮਨ ਨੂੰ ਪਰਚਾਉਂਦਾ ਹੈ ਜ਼ਿਆਦਾ ਪੈਸੇ ਕਮਾ ਕੇ ਤਾਂ ਦੂਸਰੇ ਨੂੰ ਨੁਕਸਾਨ ਦਿੰਦਾ ਹੈ, ਕੋਈ ਆਪਣੇ ਮਨ ਨੂੰ ਪਰਚਾਉਂਦਾ ਹੈ ਜ਼ਿਆਦਾ ਪਾਵਰ ਕੰਟਰੋਲ ਕਰਕੇ ਤਾਂ ਦੂਸਰੇ ਨੂੰ ਦੁਖੀ ਕਰਦਾ ਹੈ, ਕੋਈ ਆਪਣੇ ਮਨ ਨੂੰ ਪਰਚਾਉਂਦਾ ਹੈ ਨਾਮ ਦੇ ਵਿੱਚ, ਉਹ ਸਰਬੱਤ ਦੇ ਭਲੇ ਵਿੱਚ ਜਿੰਦਾ ਹੈ। ਬਿਨਾਂ ਨਾਮ ਦੇ ਵਿੱਚ ਸਰਬੱਤ ਦੇ ਭਲੇ ਵਿੱਚ ਨਹੀਂ ਹੈ ਜੀਆ ਜਾ ਸਕਦਾ।
ਜਿਹਦੇ ਵਿੱਚ ਮੇਰਾ ਔਰ ਸਭ ਦਾ ਭਲਾ ਹੈ, ਉਹ ਕੇਵਲ ਨਾਮ ਦੀ ਅਵਸਥਾ ਹੈ। ਉਹ ਸਾਰੀ ਅਵਸਥਾ ਵਿੱਚ ਲੈਣ ਦੇਣ ਦਾ ਨੁਕਸਾਨ ਹੀ ਹੋਏਗਾ, ਵਪਾਰ ਦੇ ਹੀ ਰੰਗ ਹਨ। ਇਸ ਕਰਕੇ ਜਿਹੜਾ ਪੂਰਾ ਗੁਰ ਸਾਨੂੰ ਦਾਤ ਦਿੰਦਾ ਹੈ, ਉਹ ਇੱਕ ਅਲੌਕਿਕ ਉਸ ਦੇਸ਼ ਦੀ ਦਾਤ ਹੈ ਜਿੱਥੇ ਹਾਲੇ ਜੀਣ ਦੀ ਮੈਨੂੰ ਜਾਚ ਪੂਰੀ ਤਰ੍ਹਾਂ ਆਈ ਨਹੀਂ ਹੈ। ਨਾਮ ਦੇ ਅਭਿਆਸ ਨਾਲ ਸਨੇ ਸਨੇ ਮਨ ਰਾਜ਼ੀ ਹੋ ਸਕੇਗਾ ਸ਼ਾਇਦ ਆਪਣੇ ਆਪ ਨੂੰ ਛੱਡਣ ਲਈ, ਆਪਣੀ ਇਸ ਅਵਸਥਾ ਵਿੱਚ ਕਮਾਉਣ ਲਈ ਜਿਹੜੀ ਪਰਉਪਕਾਰ ਦੀ ਅਵਸਥਾ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨੇ ਨਾਮ ਦਾ ਦਾਨ ਕੀਤਾ ਹੈ ਔਰ ਉਹੀ ਇਸ਼ਨਾਨ ਵੀ ਕਰਦਾ ਹੈ। ਨਾਮ ਵਿੱਚ ਜਿਹੜਾ ਇਸ਼ਨਾਨ ਹੈ ਉਹਦੇ 'ਚ ਮਨ ਨਿਰਮਲ ਹੁੰਦਾ ਹੈ। ਅਵਗਤੋ ਨਿਰਮਾਇਲ ਉਪਜੇ। ਇਹ ਅਵਗਤੋ ਦੀ ਅਵਸਥਾ ਨਾਮ ਹੈ। ਇਸ ਤੋਂ ਮਨ ਨਿਰਮਲ ਹੁੰਦਾ ਹੈ। ਮਨ ਨਿਰਮਲ ਦਾ ਕੀ ਮਤਲਬ ਹੈ? ਇਹ ਬੜੀ ਸੋਚਣ ਵਾਲੀ ਗੱਲ ਹੈ। ਇੱਕ ਪ੍ਰਸ਼ਨ ਸਿੱਧਾਂ ਨੇ ਪੁੱਛਿਆ ਸਾਹਿਬ ਨੂੰ, ਜਿਹੜਾ ਸੁੰਨ ਸਮਾਦ ਨਾਲ ਰਿਲੇਸ਼ਨ ਰੱਖਦਾ ਹੈ। ਮੈਂ ਉਸ ਪਦੇ ਨੂੰ ਥੋੜ੍ਹਾ ਜਿਹਾ ਕੱਢ ਕੇ ਵਿਚਾਰਦਾ ਹਾਂ। ਜਦੋਂ ਸਾਹਿਬ ਨੂੰ ਸੁਣ ਦੀ ਗੱਲ ਸਿੱਧ ਪੁੱਛਦੇ ਹਨ, ਸੁਣ ਕਹਾਂ ਕਰ ਵਾਸੋ। ਕਿੱਥੇ ਉਹ ਅਵਸਥਾ ਹੈ ਜਿੱਥੇ ਸੁਣ ਹੈ, ਜਿੱਥੇ ਕੋਈ ਵਿਚਾਰ ਨਹੀਂ ਹਨ? ਸਾਹਿਬ ਨੇ ਉਹਦਾ ਜਵਾਬ ਵੀ ਦਿੱਤਾ ਹੈ, ਜਿਹਦੇ 'ਚ ਮਹਾਰਾਜ ਨੇ ਕਿਹਾ ਆਦ ਕੋ ਬਿਸਮਾਦ ਵਿਚਾਰ ਕਥਿ ਲੇ, ਸੁਨ ਨਿਰੰਤਰ ਵਾਸ ਲਿਆ। ਇਸ ਦਾ ਪ੍ਰਸ਼ਨ ਇਹ ਬਣਦਾ ਹੈ, ਆਦ ਕੋ ਕਵਨ ਵਿਚਾਰ ਕਥਿ ਲੇ, ਸੁਨ ਕਹਾਂ ਕਰ ਵਾਸੋ। ਕਿੱਥੇ ਹੈ ਸੁਨ ਦਾ ਵਾਸਾ? ਤਾਂ ਮਹਾਰਾਜ ਇਹਦਾ ਜਵਾਬ ਦਿੰਦੇ ਹੈ, ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਦੇ ਸਰਗੁਣ ਥੀਆ। ਆਦ ਕੋ ਬਿਸਮਾਦ ਵਿਚਾਰ। ਬਿਸਮਾਦ ਥਾਟਸ ਤੋਂ ਪਰੇ ਦੀ ਅਵਸਥਾ ਹੈ, ਆਹ ਮੂਵਮੈਂਟ ਹੈ, ਸਤੋਰੀ ਹੈ। ਸਤੋਰੀ ਇੱਕ ਬੁੱਧਿਜ਼ਮ ਤੋਂ ਸ਼ਬਦ ਹੈ, ਸੋਚ ਤੋਂ ਪਰੇ ਦੀ ਅਵਸਥਾ, ਜਿੱਥੇ ਸਭ ਇੱਕਾ ਹੋ ਗਿਆ। ਮੇਰਾ ਮਨ ਬਿਲਕੁਲ ਇਕਾਗਰ ਹੋ ਗਿਆ, ਇੱਕ ਓਂਕਾਰ ਦੀ ਅਵਸਥਾ ਵਿੱਚ ਹਾਜ਼ਰ ਹੋ ਗਿਆ। ਇਸ ਪਦੇ ਵਿੱਚ ਇੱਕ ਸ਼ਬਦ ਵਰਤਣਗੇ ਸਾਹਿਬ, ਦਰਗਹਿ ਵਿੱਚ ਆ ਗਿਆ, ਹਜ਼ੂਰੀ ਸਾਹਮਣੇ ਨਜ਼ਰ ਆ ਗਈ। ਵੈਸੇ ਤਾਂ ਦਰਗਹਿ ਸਾਰੀ ਸ੍ਰਿਸ਼ਟੀ ਹੈ, ਪਰ ਮੈਂ ਉਸ ਨੂੰ ਐਕਸਪੀਰੀਅੰਸ ਤਾਂ ਹੀ ਕਰ ਸਕਦਾ ਹਾਂ ਜਦੋਂ ਮੈਂ ਨਿਰੰਕਾਰ ਨੂੰ ਹਾਜ਼ਰ ਫੀਲ ਕਰ ਸਕਦਾ ਹਾਂ, ਕੇਵਲ ਥਾਟਸ ਦੇ ਵਿੱਚ ਨਹੀਂ। ਮੇਰੀ ਸੁਰਤ ਉਸ ਦਰਸ਼ਨ ਵਿੱਚ ਹਾਜ਼ਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਸੁਨ ਨਿਰੰਤਰ ਵਾਸ ਲਿਆ। ਸੁਨ ਦੇ ਨਿਰੰਤਰ ਵਿੱਚ ਮੈਂ ਵਸ ਗਿਆ, ਮੇਰੀ ਸੁਰਤ ਵਸ ਗਈ। ਆਦ ਕੋ ਬਿਸਮਾਦ ਵਿਚਾਰ ਕਥਿ ਲੇ। ਮਹਾਰਾਜ ਨੇ ਜੋ ਸਾਈਕੋਲੋਜੀਕਲ ਇਫੈਕਟਸ ਆਫ ਸਪਿਰਿਚੁਅਲਿਟੀ ਦੀ ਗੱਲ ਅਗਰ ਅਸੀਂ ਚਲਾਈਏ ਤਾਂ ਉਹਨਾਂ ਦੀ ਵਿਚਾਰ ਚੱਲਦੀ ਪਈ ਹੈ। ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਅਗਰ ਇੱਕ ਤਰਫੋਂ ਅਸੀਂ ਵਿਚਾਰਨਾ ਸ਼ੁਰੂ ਕਰੀਏ ਤਾਂ ਦੂਸਰੇ ਦੇ ਨਾਲ ਜਾ ਕੇ ਰਲ ਜਾਂਦੀਆਂ ਹਨ। ਇਸੇ ਤਰ੍ਹਾਂ ਇਹ ਉਸੇ ਅਵਸਥਾ ਦੀ ਗੱਲ ਜੋ ਸੁੰਨ ਸਮਾਦ ਦੀ ਗੱਲ ਹੈ, ਇਸ ਪਦ ਵਿੱਚ ਸਾਹਮਣੇ ਦਰਸ਼ਨ ਦੇ ਰਹੀ ਹੈ। ਜਦੋਂ ਮਨ ਦੇ ਵਿੱਚ ਮਨ ਦਾ ਇਸ਼ਨਾਨ ਹੋ ਗਿਆ, ਮਨ ਨਿਰਮਲ ਹੋ ਗਿਆ। ਨਿਰਮਲ ਮਤਲਬ ਹੰਕਾਰ ਤੋਂ ਪਰੇ ਹੋ ਗਿਆ। ਅਸੀਂ ਬਾਦਫਾ ਨਿਰਮਲ ਥਾਟਸ ਨਾਲ ਰਿਲੇਸ਼ਨ ਰੱਖ ਕੇ ਕਰਦੇ ਹਾਂ, ਬਿਲਕੁਲ ਠੀਕ ਹੈ। ਨੈਗੇਟਿਵ ਥਾਟਸ ਵੀ ਇੰਪਿਓਰ ਥਾਟਸ ਗਿਣੀ ਜਾ ਸਕਦੀਆਂ ਹਨ, ਪਰ ਸਾਹਿਬ ਦੀ ਵਿਚਾਰ ਵਿੱਚ ਬਿਸਮਾਦ ਹੀ ਅਸਲ ਸੁੰਨ ਅਵਸਥਾ ਦੀ ਮਾਲਕ ਹੈ, ਜਿੱਥੇ ਕੋਈ ਵੀ ਥਾਟਸ ਨਹੀਂ ਹਨ। ਇਸ ਭਾਵ ਨਾਲ ਕੋਈ ਵੀ ਥਾਟ ਇੰਪਿਓਰ ਗਿਣੀ ਜਾ ਸਕਦੀ ਹੈ, ਨਿਰਮਲ ਨਹੀਂ ਹੈ। ਕਾਰਨ ਇਹਦਾ ਇਹ ਹੈ ਕਿ ਸਾਰੀ ਥਾਟਸ ਜੋ ਮੈਂ ਜਾਣਦਾ ਹਾਂ ਉਹ ਮੈਂ ਤੋਂ ਉਤਪੰਨ ਹੋ ਰਹੀਆਂ ਹਨ, ਈਗੋ ਤੋਂ ਉਤਪੰਨ ਹੋ ਰਹੀਆਂ ਹਨ। ਜਿੱਥੇ ਥਾਟ ਨਿਰੰਕਾਰ ਤੋਂ ਪ੍ਰਗਟ ਹੁੰਦੀ ਹੈ, ਜਿਵੇਂ ਸਾਹਿਬ ਨੇ ਸਾਨੂੰ ਬਾਣੀ ਵਿੱਚ ਵੀ ਸਮਝਾਇਆ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਤਾਂ ਉੱਥੇ ਮੈਂ ਨਹੀਂ ਹਾਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਹਾਰਾਜ ਆਜਨਮ ਐਸੇ ਅਵਸਥਾ ਦੇ ਮਾਲਕ ਹਨ। ਬਾਣੀ ਪ੍ਰਗਟ ਹੋ ਰਹੀ ਹੈ, ਬਾਣੀ ਨੂੰ ਗਾਇਆ ਜਾ ਰਿਹਾ ਹੈ, ਮਰਦਾਨਾ ਜੀ ਨਾਲ ਹਨ, ਰਬਾਬ ਦਾ ਸੰਗੀਤ ਚੱਲਦਾ ਹੈ, ਸਾਹਿਬ ਨੂੰ ਬਾਣੀ ਪ੍ਰਗਟ ਹੁੰਦੀ ਹੈ ਔਰ ਸਾਹਿਬ ਬਾਣੀ ਨੂੰ ਗਾ ਲੈਂਦੇ ਹਨ।
ਇੱਕ ਭਾਵਨਾ ਤੋਂ ਸ਼ਬਦ ਉਤਪੰਨ ਹੁੰਦਾ ਹੈ ਔਰ ਫਿਰ ਉਹ ਅੱਖਰ ਵਿੱਚ ਆ ਕੇ ਥਿਰ ਹੋ ਜਾਂਦਾ ਹੈ। ਇੱਥੇ ਅੱਖਰਾਂ ਦੀ ਲੋੜ ਸਾਨੂੰ ਪੈਂਦੀ ਹੈ ਉਸ ਭਾਵਨਾ ਦੀ ਗੱਲ ਚਲਾਉਣ ਵਾਸਤੇ ਅੱਗੇ। ਜਪਜੀ ਸਾਹਿਬ ਵਿੱਚ ਇਹਨਾਂ ਅੱਖਰਾਂ ਦੀ ਸਾਹਿਬ ਨੇ ਤਾਂ ਹੀ ਸਲਾਹ ਕੀਤੀ ਹੈ। ਮਹਾਰਾਜ ਆਪਣੇ ਅੰਤਰਾਤਮਾ ਤੋਂ ਜੁੜੀ ਹੋਈ ਸੁਰਤ ਤੋਂ ਬਾਣੀ ਨੂੰ ਪ੍ਰਗਟ ਕਰਦੇ ਹਨ। ਮਰਦਾਨਾ ਜੀ ਉਸ ਨੂੰ ਰਾਗ ਦੇ ਰੂਪ ਵਿੱਚ ਇੱਕ ਸੇਜ ਦਿੰਦੇ ਹਨ ਜਿਹਦੇ ਨਾਲ ਉਹ ਧਰਤੀ ਵਿੱਚ ਪ੍ਰਗਟ ਹੋ ਸਕੇ ਔਰ ਆਲਾ ਦੁਆਲਾ ਸਾਰਾ ਸੁੰਨ ਹੋ ਜਾਂਦਾ ਹੈ, ਕਿਉਂਕਿ ਮਹਾਰਾਜ ਸੁੰਨ ਅਵਸਥਾ ਤੋਂ ਪ੍ਰਗਟ ਕਰ ਰਹੇ ਹਨ। ਇਹ ਗੱਲ ਸਾਨੂੰ ਭਾਈ ਗੁਰਦਾਸ ਦੀ ਬਾਣੀ ਤੋਂ ਵੀ ਪਤਾ ਲੱਗਦਾ ਹੈ। ਦਿੱਤੀ ਬਾਂਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ। ਮੇਰੇ ਖਿਆਲ ਹੈ ਕਥਾ ਹੈ ਜਦੋਂ ਸਾਹਿਬ ਅਰਬ ਵੱਲ ਗਏ ਹਨ, ਮੱਕਾ ਮਦੀਨਾ ਉਸ ਇਲਾਕੇ ਵੱਲ ਗਏ ਹਨ। ਦਿੱਤੀ ਬਾਂਗ ਨਿਵਾਜ਼ ਕਰ ਸੁੰਨ ਸਮਾਨ ਹੋਆ ਜਹਾਨਾ। ਸਭ ਕੁਝ ਸੁੰਨ ਹੋ ਗਿਆ ਔਰ ਉੱਥੋਂ ਫਿਰ ਡਾਇਲੌਗ ਚੱਲਿਆ ਹੈ। ਸੁੰਨ ਕਿਵੇਂ ਹੋ ਗਿਆ? ਸਾਹਿਬ ਦੀ ਸੁਰਤ ਹੀ ਇਕਾਗਰ ਹੈ, ਸੁੰਨ ਹੈ। ਸ਼ਬਦ ਦੇ ਪ੍ਰਗਟਾਵੇ ਵਿੱਚ ਇਕਾਗਰ ਹੈ। ਇਸ ਕਰਕੇ ਜਦੋਂ ਬਾਣੀ ਨੂੰ ਪ੍ਰਗਟ ਕਰਦੇ ਹਨ, ਜੋ ਵੀ ਆਪਣੇ ਮਨ ਨੂੰ ਇਕਾਗਰ ਕਰਕੇ ਸੁਣਦਾ ਹੈ ਉਹਦਾ ਮਨ ਖੜਾ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਕੋਈ ਅਸੀਂ ਰੇਡੀਓ ਨੂੰ ਟਿਊਨ ਕਰਦੇ ਹੋਈਏ, ਇੱਕ ਟਿਊਨਡ ਮਾਈਂਡ ਇੱਕ ਰੇਡੀਓ ਦੀ ਤਰ੍ਹਾਂ ਇੱਕ ਸੈਂਟਰਲ ਐਨਰਜੀ ਸਿਸਟਮ ਹੈ ਸਮਝ ਲਈਏ, ਜਿਹਦੇ ਨਾਲ ਬਾਕੀ ਸਭ ਜੁੜ ਜਾਂਦੇ ਹਨ। ਇਸ਼ਨਾਨ, ਮਨ ਜੁੜ ਗਿਆ ਹੈ। ਦੁਨੀਆ ਦੇ ਵਿਕਾਰ ਸਾਰੇ ਗਿਰ ਗਏ ਹਨ। ਅਧੂਰਾਪਨ ਖਤਮ ਹੋ ਗਿਆ ਹੈ। ਮਨ ਦੀ ਅਸੀਂ ਅਵਸਥਾਵਾਂ ਕੱਲ੍ਹ ਵਿਚਾਰੀਆਂ ਸਨ, ਜਿਹਦੇ 'ਚ ਵਿਸਰਾਮ ਵੀ ਆਇਆ ਸੀ, ਆਨੰਦ ਵੀ ਆਇਆ ਸੀ, ਇਕਾਗਰਤਾ ਆਈ ਸੀ ਔਰ ਇੱਕ ਮਨ ਤ੍ਰਿਪਤ ਵੀ ਹੋ ਗਿਆ ਸੀ। ਅਧੂਰਾਪਨ ਮਨ ਦਾ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦਾ ਹੈ। ਅਸੀਂ ਇਹੀ ਤਾਂ ਲੱਭ ਰਹੇ ਹਾਂ ਨਾ ਕਿ ਮਨ ਸ਼ਾਂਤ ਕਿਵੇਂ ਹੋਏਗਾ, ਮਨ ਦੇ ਅਧੂਰੇਪਨ ਨੂੰ ਕਿਵੇਂ ਕੰਪਲੀਟ ਕੀਤਾ ਜਾ ਸਕਦਾ ਹੈ। ਇਹ ਵਿਆਕੁਲਤਾ ਬਾਕੀ ਕ੍ਰੀਏਸ਼ਨ ਵਿੱਚ ਨਹੀਂ ਹੈ, ਇਨਸਾਨ ਵਿੱਚ ਹੈ। ਇੱਕ ਜਾਨਵਰ ਵਿੱਚ ਮਨ ਪੂਰਾ ਹੈ, ਜੋ ਉਹ ਹੈ ਉਹ ਜਿੰਦਾ ਹੈ। ਇਸ ਕਰਕੇ ਉਸ ਨੂੰ ਇਹ ਇਨਕੰਪਲੀਟਨੈਸ ਦਾ ਅਹਿਸਾਸ ਨਹੀਂ ਹੈ। ਪਰ ਇਨਸਾਨ ਨੂੰ ਇਹ ਅਹਿਸਾਸ ਇਸ ਕਰਕੇ ਵੀ ਹੈ ਕਿਉਂਕਿ ਨਿਰੰਕਾਰ ਨੂੰ ਮਿਲਣ ਦੀ ਵਿਧੀ ਇਨਸਾਨ ਦੇ ਜੀਵਨ ਵਿੱਚ ਹੈ। ਵੱਡੇ ਭਾਗ ਨੇ ਇਸ ਜਨਮ ਵਿੱਚ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਮਹਾਰਾਜ ਕਹਿੰਦੇ ਨਾ ਵਰਕਾਜ ਤੇਰੇ ਕਿਤੇ ਨਾ ਕਾਮ। ਮਗਰ ਇਸ ਤਰ੍ਹਾਂ ਦੇਖਿਆ ਜਾਏ ਤੇ ਜੀਵਨ ਦਾ ਇੱਕ ਸਿਖਰ ਦਾ ਰੋਲ ਹੈ ਰਿਅਲਾਈਜ਼ ਕਰ ਜਾਣਾ, ਜਾਣ ਜਾਣਾ ਕਿ ਮਨ ਦਾ ਸੱਤ ਕੀ ਹੈ। ਔਰ ਬਿਨਾਂ ਮਨ ਦੇ ਸੱਤ ਨੂੰ ਜਾਣੇ ਇਹ ਨਹੀਂ ਜਾਣਿਆ ਜਾ ਸਕਦਾ ਕਿ ਦੁਨੀਆ ਕੀ ਹੈ, ਨਾ ਹੀ ਭਰਮ ਟੁੱਟਦਾ ਹੈ ਦੁਨੀਆ ਦਾ। ਫਿਰ ਸਾਹਿਬ ਸਾਨੂੰ ਦੱਸ ਰਹੇ ਹਨ ਕਿ ਨਾਮ, ਦਾਨ ਔਰ ਇਸ਼ਨਾਨ ਇਹ ਤਿੰਨ ਅਵਸਥਾ ਹੈਗੀਆਂ ਜਿਹਦੇ ਵਿੱਚ ਨਾਮ ਪ੍ਰਗਟ ਹੋ ਰਿਹਾ ਹੈ। ਨਾਮ ਸਾਨੂੰ ਦਾਨ ਕਰਕੇ ਮਿਲਿਆ ਹੈ ਔਰ ਨਾਮ ਵਿੱਚ ਅਸੀਂ ਦਾਨ ਕਰ ਸਕਦੇ ਹਾਂ। ਨਾਮ ਵਿੱਚ ਜੁੜ ਕੇ ਮਨ ਦੇ ਇਸ਼ਨਾਨ ਨੂੰ ਵੀ ਪ੍ਰਗਟ ਕੀਤਾ ਜਾਂਦਾ ਹੈ। ਸਰੀਰਕ ਇਸ਼ਨਾਨ ਤਾਂ ਅਸੀਂ ਸਾਰੇ ਕਰਦੇ ਹਾਂ, ਪਰ ਮਨ ਸ਼ਬਦ ਵਿੱਚ ਤਾਂ ਧੋਤਾ ਜਾਂਦਾ ਹੈ ਜਦੋਂ ਮਨ ਆਪਣਾ ਆਪ ਛੱਡ ਕੇ ਆਪਣੇ ਤੋਂ ਪਰੇ ਇੱਕ ਵਿਸਮਾਦ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਸੁੰਨ ਅਵਸਥਾ ਦਾ ਮਾਲਕ ਮਨ ਬਣ ਜਾਂਦਾ ਹੈ, ਜਿੱਥੇ ਮੈਂ ਨਹੀਂ ਹਾਂ। ਬਗਦਾਦ ਦੀ ਉਸ ਕਥਾ ਦੀ ਗੱਲ ਚੱਲਦੀ ਸੀ। ਇਹ ਇਸ਼ਾਰੇ ਹਨ ਸਾਹਿਬ ਦੇ ਨੇੜੇ ਹੋ ਕੇ ਅਸਰ ਮਿਲਣ ਦੀ। ਧਿਆਨਸਥ ਆਦਮੀ ਦੇ ਨੇੜੇ ਰਹਿਣ ਨਾਲ ਅਸੀਂ ਸਾਰੇ ਧਿਆਨ ਵਿੱਚ ਆ ਸਕਦੇ ਹਾਂ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਇੱਕ ਮਾਨਸਿਕ ਅਵਸਥਾ ਬੜੀ ਕੈਚਿੰਗ ਹੈ। ਤੇ ਮਨ ਫਿਰ ਹੈ ਕੀ? ਇਹ ਕਿਹੜੇ ਕਿਹੜੇ ਰੂਪ ਲੈ ਲੈਂਦਾ ਹੈ। ਦੁਨੀਆ ਵਿੱਚ ਜਾਈਏ ਤੇ ਦੁਨੀਆ ਦਾ ਰੂਪ ਲੈ ਲੈਂਦਾ ਹੈ। ਦੁਐਸ਼ ਭਾਵ ਵਿੱਚ ਗੇਰੀਏ ਤਾਂ ਉਹਦਾ ਰੂਪ ਲੈ ਲੈਂਦਾ ਹੈ। ਕਾਮ ਦੇ ਵਿੱਚ ਗੇਰੀਏ ਤਾਂ ਉਹਦਾ ਰੂਪ ਲੈ ਲੈਂਦਾ ਹੈ। ਦਰਅਸਲ ਫਿਰ ਕੀ ਹੈ ਮਨ? ਉਹਦਾ ਆਪਣਾ ਤੱਤ ਕੀ ਹੈ? ਇਹ ਬੜੀ ਡੂੰਘੀ ਗੱਲ ਹੈ। ਸਾਡੇ ਸਾਰਿਆਂ ਦਾ ਮਨ ਤੱਤ ਵਿੱਚ ਇੱਕੋ ਹੀ ਹੈ, ਜਿਸ ਨੂੰ ਸਾਹਿਬ ਨੇ ਇੱਕ ਓਮਕਾਰ ਕਿਹਾ ਹੈ, ਜਿਹਦੇ 'ਚ ਮੈਂ ਨਹੀਂ ਹਾਂ, ਨਿਰੰਕਾਰ ਹਾਜ਼ਰ ਹੈ। ਪਰ ਇਸ ਮਨ ਵਿੱਚ ਬੜੇ ਪੋਟੈਂਸ਼ੀਅਲ ਹਨ। ਇਹ ਜੀਵਨ ਦੀ
ਸਾਰੇ ਕਾਰਜ ਕਰਦਾ ਹੋਇਆ ਵੀ ਮਨ ਆਪਣਾ ਰੂਪ ਰੱਖ ਸਕਦਾ ਹੈ, ਔਰ ਇਹਨੂੰ ਛੱਡ ਕੇ ਫਿਰ ਨਾਮ ਵਿੱਚ ਲੀਨ ਹੋ ਕੇ ਜੋਤ ਦਾ ਰੂਪ ਵੀ ਹੈ। ਮਨ ਤੂੰ ਜੋਤ ਸਰੂਪ ਹੈ, अपना मूल पहचान। ऐस मन को कोई खोजो पाई, तन गया तन छुट के मन कहाँ समाई। किधर जाता है मन? लोग पूछते हैं ना, मर के किधर जावांगे? साहिब कहते हैं जानना चाहते हो? ਇਹਦਾ जवाब भी वो देंदे हैं। इस बाणी विच यह विचार उठी सी, कहाँ ते आवे कहाँ ते जावे, कहाँ रहे समाई, किधरों आया सी। साहिब का जवाब भी कमाल दा सी, हुक्मे आवे हुक्मे जावे हुक्मे रहे समाई। नाम तो आंदा है, नाम विच चला जाता है, नाम विच समादा रहंदा है। तो जदों असी नाम विच चले जाते हैं फिर असी विस्माद विच पहुँच जाते हैं। आद को, उस आद समय विच जिथे समा नहीं सी, उस अवस्था नूं भी असी जान लैंदे हैं। ਇਹ ਸਾਰੇ पोटेंशियल मन विच हन। जैसा सेवे तैसा होए। मन का यह बेसिक नेचर है कि ਇਹਦਾ अपना कोई रंग नहीं है। जिस तरह की सेवा, ਜਿਹੋ जी सेवा है करेगा उस तरह बन जाए। ਜਿਹੋ ਜਿਹਾ ध्यान है धरेगा ਉਹੋ ਜਿਹਾ मन बन जाएगा। तो असी संगत की असर के बारे काफ़ी कुछ गल करते हैं। जो अंदर पाएगा वही अंदर रंग चढ़ता जाएगा, पर कुछ रंग हल्के हैं। साहिब ने उन्होंने कुसुंब कहा है, कमज़ोर रंग। वो हंकार के उत्ते आधारित रंग ने। जिमें किसी कपड़े ते असी तेल लगा लीए तो फिर रंग चढ़ाइए तो कदे रंग नहीं चढ़ेगा। इस तरह हंकार ते आधारित, क्योंकि हंकार अपने आप विच एक एब्सोलूट रियलिटी नहीं है, इस करके वो रंग चढ़े हंकार के उत्ते भी सदाली नहीं रहिंदे। सदाली की है? मजीठ है, पक्का रंग है, ਉਹਦੇ ਵਿੱਚ नाम हाजिर है जो सदाली है। साहिब ने सानू नाम की गल विच कितना दूर प्रेर लिया है। गुरमुख नाम दान इशनान, नाम दे विच गुरमुख बन गया। गुरु ने नाम दिता, दान किया, शब्द हाजिर हो गया। महाराज दी यह बाणी कितनी निराली है इस रूप विच। अगला पद, अगली पंक्ति जिहड़ी है, गुरमुख लावे सहज ध्यान, यह मन के एक होर पहलू नूं खोलता है। मन दे सब रंग जिहड़े दुनिया दे चढ़ते हैं वो कमज़ोर रंग ने। नाम का रंग पक्का है। मन का अपना असल तत्व की है? फिर मन का अपना नेचर की है? महाराज कहते हैं वो जोत रूप है, आनंद रूप है, और वो सदाली है, वो निरंकार रूप है। और वो कित्थों मिलेगा सानू? गुरु तो मिलेगा। सब में जोत जोत है सोए, तिसते चानन सब में चानन होए, गुर साखी जोत प्रगट होए। इनू प्रगट करना है, इनू जान लेना है, इस आनंद की चाबी खोलनी है तो गुरु के शब्द नाल जुड़ के, नाम नाल जुड़ के खुल जाती है। पर एक होर शब्द साहिब ने अज साडे सामने रखा है, सहज ध्यान। सहज तो भाव मैं जानदा हाँ बिना करे। मेरे को एक इहो जी वस्तु है जिहड़ी एकागर है, जिहड़ी कॉन्सनट्रेटेड है, फोकस्ड है, उसनूं मैं मन जानदा हाँ। मैं उस मन के कई हिस्से करके कई जगह ते इहनूं लगा दिंदा हाँ। कारोबार दे विच, परिवार दे विच, अनेक समस्यावां विच, उलझनां विच, अनेक प्रश्नां विच, अनेक कन्फ्यूजनस विच डिवाइड कर दिंदा हाँ मन नूं। तां हुण अपनी एकाग्रता तो हट गया। ਉਹਦਾ असल रूप ध्यानस्थ है। अगर मन नूं असी सारे विकारां तो, सारी दुनिया तो तोड़ते जावांगे तो एकाग्र होंदा जाएगा। और जदों यह पूरी तरह एकाग्र होएगा तो यह सारी सृष्टि तो मुक्त हो जाएगा। ਇਹਦਾ असल रूप सारी दुनिया दे विच रहंदे होए एकाग्र रूप है। इसनूं मैं ध्यान करके जानदा हाँ। मन अगर अपने आप ते असी छड़ दईए विदाउट डिस्टर्बिंग इट तो वह ध्यान हो जाए, ध्यान विच चला जाएगा। वो अपने आप ही ध्यान विच, उसका असल रूप ही ध्यान है। इस करके ध्यान एक बड़ा जरूरी एलीमेंट है शब्द की कमाई वास्ते। असी ये जपजी साहब की 2 पौड़ियां विच तां ध्यान शब्द सीधा सीधा सानू प्रगट होंदा है। एक 38 पौड़ी विच
ਜਿੱਥੇ ਸਾਹਿਬ ਕਹਿੰਦੇ ਹਨ ਕਿ ਐਰਨ ਮਤ ਵੇਦ ਹਥਿਆਰ, ਸਟੇਬਲ ਮਾਈਂਡ, ਮਤ ਜਿਹੜਾ ਹੈ ਐਰਨ ਬਣੇ। ਐਨਵਿਲ, ਜਿਸ ਤਰ੍ਹਾਂ ਆਇਰਨ ਸਮਿਥ ਦਾ ਇੱਕ ਲੋਹੇ ਦਾ ਐਨਵਿਲ ਹੁੰਦਾ ਹੈ, ਐਰਨ, ਸਟੇਬਲ ਮਾਈਂਡ, ਉਹਦੇ 'ਤੇ ਸ਼ਬਦ ਦੀ ਚੋਟ ਵੱਜੇ। ਇਸੇ ਕਰਕੇ ਬਾਣੀ ਦਾ ਉਹ ਅਸਰ ਸਾਡੇ ਜੀਵਨ ਵਿੱਚ ਨਹੀਂ ਹੁੰਦਾ ਜੋ ਹੋਣਾ ਚਾਹੀਦਾ, ਕਿਉਂਕਿ ਮਨ ਸਾਡਾ ਖਿੰਡਾਓ ਵਿੱਚ ਹੈ, ਡਿਸਟਰਬਡ ਹੈ, ਵੇਵਰਿੰਗ ਹੈ। ਔਰ ਸਿੱਧ ਗੋਸ਼ ਦੀ ਇੱਕ ਪੰਕਤੀ ਵਿੱਚ ਜਦੋਂ ਸਿੱਧਾ ਨਾਲ ਆਈ ਪੰਥੀਆਂ ਨਾਲ ਵਿਚਾਰ ਹੁੰਦਾ ਹੈ ਤਾਂ ਉਹਦੇ ਵਿੱਚ ਵੀ ਸਾਹਿਬ ਨੇ ਧਿਆਨ ਸ਼ਬਦ ਪ੍ਰਗਟ ਕੀਤਾ ਹੈ। ਧਿਆਨ ਕੀ ਕਰੇ ਹੈ ਵਿਭੂਤ, ਧਿਆਨ ਇੱਕ ਐਲੀਮੈਂਟ ਹੈ। ਵੇਵਰਿੰਗ ਮਾਈਂਡ ਵਾਲਾ ਇਨਸਾਨ, ਮੇਰੇ ਵਰਗਾ ਮਨ ਜੋ ਚੰਚਲ ਰਹਿੰਦਾ ਹੈ, ਉਹ ਸਥਿਰਤਾ ਕਮਾ ਨਹੀਂ ਸਕਦਾ ਜੀਵਨ ਦੀ, ਕਿਉਂਕਿ ਉਸ ਤੋਂ ਪਰੇ ਹੈ। ਸਾਨੂੰ ਸਾਰਿਆਂ ਨੂੰ ਕਥਾ ਯਾਦ ਹੈ, ਜਦੋਂ ਗੁਰੂ ਨਾਨਕ ਸਾਹਿਬ ਕੋਲ ਇੱਕ ਪੀਰ ਨੇ ਇਨਵਾਈਟ ਕੀਤਾ ਸੀ ਕਿ ਮਹਾਰਾਜ ਆਪ ਮੇਰੇ ਨਾਲ ਆਪ ਪ੍ਰੇਅਰ ਕਰੀਏ, ਤਾਂ ਸਾਹਿਬ ਨੇ ਕਿਹਾ ਕਿ ਤੁਸੀਂ ਪੜ੍ਹੋ। ਔਰ ਪੜ੍ਹਦੇ ਜਦੋਂ ਸਾਹਿਬ ਉਹਦੇ ਨਾਲ ਨਹੀਂ ਰਲੇ ਤਾਂ ਮਹਾਰਾਜ ਨੇ ਫਿਰ ਉਹਨੇ ਮਹਾਰਾਜ ਨੂੰ ਪੁੱਛਿਆ ਕਿ ਜੀ ਆਪ ਤਾਂ ਮੇਰੇ ਨਾਲ ਨਹੀਂ ਕਰ ਰਹੇ ਅਰਦਾਸ, ਨਮਾਜ਼ ਤਾਂ ਪੜ੍ਹੀ ਨਹੀਂ ਤੁਸੀਂ ਮੇਰੇ ਨਾਲ। ਤਾਂ ਹਜ਼ੂਰ ਨੇ ਕਿਹਾ ਤੁਸੀਂ ਵੀ ਨਮਾਜ਼ ਨਹੀਂ ਸੀ ਪੜ੍ਹਦੇ, ਤੁਹਾਡਾ ਮਨ ਵੀ ਕਿਧਰੇ ਹੋਰ ਭਟਕ ਰਿਹਾ ਸੀ। ਭਟਕਦਾ ਮਨ ਹਾਜ਼ਰ ਹੀ ਨਹੀਂ ਹੈ ਤਾਂ ਕਮਾਈ ਕਿਵੇਂ ਹੋਏਗੀ ਉਸ 'ਤੇ? ਮੇਰਾ ਮਨ ਹੀ ਗੈਰ ਹਾਜ਼ਰ ਹੈ ਤੇ ਸ਼ਬਦ ਦਾ ਅਸਰ ਕਿਵੇਂ ਪਏਗਾ ਉਸ 'ਤੇ? ਮੇਰਾ ਮਨ ਇਕਾਗਰ ਨਹੀਂ ਹੈ, ਆਪਣੀ ਇਕਾਗਰਤਾ ਤੋਂ ਪਰੇ ਡਿਵਾਈਡਡ ਹੈ, ਤਾਂ ਉੱਥੇ ਅਸਰ ਕਿਸ ਤਰ੍ਹਾਂ ਪੈ ਸਕਦਾ ਹੈ? ਸਹਿਜ ਧਿਆਨ ਉਹਦੇ ਕੋਲ ਹੋਏਗਾ ਜਿਹੜਾ ਸਰਲ ਹੋਏਗਾ, ਸਿੰਪਲ ਹੋਏਗਾ। ਜਾਂ ਦੇ ਕੋਲ ਅਬਿਲਿਟੀ ਹੋਏਗੀ ਟੂ ਕੱਟ ਆਫ ਐਟ ਵਿਲ, ਇਹਨੂੰ ਅਨਾਸ਼ਕਤੀ ਕਹਿੰਦੇ ਹੈ, ਕਿ ਮੈਂ ਆਪਣੇ ਮਨ ਨੂੰ ਜਿੱਥੇ ਲਗਾਇਆ ਉੱਥੋਂ ਤੋੜ ਦਿਆਂ ਜਦੋਂ ਜੀ ਕਰੇ। ਮੈਨੂੰ ਲੱਗਦਾ ਹੈ ਸ਼ਬਦ ਦੀ ਅਭਿਆਸ ਨਾਲ ਇਹ ਵਿਧੀ ਆ ਜਾਂਦੀ ਹੈ। ਸ਼ਬਦ ਇੱਕ ਸਹਾਰਾ ਹੈ ਬਾਕੀ ਦੁਨੀਆ ਤੋਂ ਮਨ ਨੂੰ ਤੋੜਨ ਲਈ, ਇਕਾਗਰ ਕਰਨ ਲਈ। ਅੱਜ ਇਸ ਪਦੇ ਵਿੱਚ ਮਨ ਦੇ ਅਸਲ ਰੂਪ ਦੀ ਗੱਲ ਚੱਲ ਪਈ ਹੈ ਕਿ ਧਿਆਨ ਮਨ ਦਾ ਅਸਲ ਰੂਪ ਹੈ। ਮੈਂ ਆਪਣੇ ਈਗੋ ਨਾਲ ਇਸ ਨੂੰ ਡਿਵਾਈਡ ਕਰ ਦਿੱਤਾ ਹੈ, ਤਾਂ ਸਹਿਜ ਵਿੱਚ ਨਹੀਂ ਹਾਂ ਮੈਂ। ਬਸ ਬੈਠਣ ਦੀ ਦੇਰੀ ਹੈ। ਅਗਰ ਸਰਲ ਮਨ ਹੋਏਗਾ ਤਾਂ ਉਹ ਧਿਆਨ ਵਿੱਚ ਚਲਾ ਜਾਏਗਾ ਬੈਠਦੇ ਹੀ। ਪਰ ਜਦੋਂ ਮੇਰਾ ਮਨ ਡਿਸਟਰਬਡ ਹੋਏਗਾ ਤਾਂ ਮੈਂ ਉਸ ਵੇਲੇ ਵੀ ਆਪ ਹੀ ਜਾਣਦਾ ਹਾਂ ਕਿ ਅੱਜ ਮੈਂ ਬਾਣੀ ਨਹੀਂ ਪੜ੍ਹ ਪਾਵਾਂਗਾ ਠੀਕ ਤਰ੍ਹਾਂ। ਅੱਜ ਮੇਰਾ ਮਨ ਚੰਚਲ ਹੈ, ਮਨ ਸ਼ਾਂਤ ਨਹੀਂ ਹੈ। ਸ਼ਾਂਤ ਮਨ ਹੋਏ ਬਿਨਾ ਉਸ 'ਤੇ ਕੁਝ ਕਮਾਈ ਹੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰਮੁਖ ਹੈ, ਗੁਰੂ ਹੈ, ਉਹ ਲਗਾ ਦਿੰਦਾ ਹੈ ਸਾਡਾ ਮਨ ਧਿਆਨ ਵਿੱਚ। ਸ਼ਬਦ ਵੀ, ਸ਼ਬਦ ਦੇ ਨਾਲ ਮਨ ਲਗਾ ਕੇ ਸਾਨੂੰ ਸਹਿਜ ਧਿਆਨ ਵੱਲ ਦਰਸ਼ਨ ਹੋ ਜਾਂਦੇ ਹਨ। ਗੁਰਮੁਖ ਲਾਗੇ ਸਹਿਜ ਧਿਆਨ, ਸਹਿਜ ਔਰ ਧਿਆਨ, ਫੋਕਸਡ ਵਿਦਆਊਟ ਡੂਇੰਗ। ਮੈਡੀਟੇਸ਼ਨ ਇੱਕ ਬੜਾ ਗਲਤ ਸ਼ਬਦ ਹੈ। ਮੈਡੀਟੇਸ਼ਨ ਤੋਂ ਭਾਵ ਥੋੜ੍ਹੀ ਟੈਨਸ਼ਨ ਹੈ ਉਹਦੇ ਵਿੱਚ, ਔਰ ਉਹਦੇ 'ਚ ਆਪਣਾ ਕਰਨਾ ਵੀ ਦਿਖਦਾ ਹੈ ਕਿ ਅਸੀਂ ਕਰ ਰਹੇ ਹਾਂ, ਜਦ ਕਿ ਧਿਆਨ ਵਿੱਚ ਸਾਡਾ ਕਰਨਾ ਨਹੀਂ ਹੈ, ਸਾਡਾ ਨਾ ਕਰਨਾ ਜ਼ਿਆਦਾ ਹਾਜ਼ਰ ਹੈ। ਅਸੀਂ ਕੁਝ ਨਹੀਂ ਕੀਤਾ, ਮਨ ਇਕਾਗਰ ਹੁੰਦਾ ਗਿਆ, ਧਿਆਨ ਵਿੱਚ ਚਲਾ ਗਿਆ, ਮਨ ਆਪਣੇ ਅਸਲ ਰੂਪ ਵਿੱਚ ਆਪਣੇ ਘਰ ਨੂੰ ਜਾ ਰਿਹਾ ਹੈ। ਤਾਂ ਇਹਦੇ ਵਿੱਚ ਅਸੀਂ ਜ਼ਿਆਦਾ ਵਿਟਨੈਸ ਹੈਗੇ ਹਾਂ, ਨੌਨ ਡੂਇੰਗ ਵਿੱਚ ਹੈਗੇ ਹਾਂ। ਥਾਟਸ ਨੂੰ ਘੇਰਨਾ ਹੈ, ਇਨਕਰੇਜ ਨਹੀਂ ਕਰਨਾ ਹੈ। ਜਿਵੇਂ ਅਸੀਂ ਪਹਿਲੇ ਇੱਕ ਗੱਲ ਵਿਚਾਰੀ ਸੀ ਕਿ ਕੋਈ ਸਾਈਕਲ ਚਲਾਉਂਦਾ ਹੈ, ਜਿੰਨੀ ਦੇਰ ਸਾਈਕਲ ਚਲਾਉਂਦੇ ਹਾਂ ਉਤਨੀ ਦੇਰ ਸਾਈਕਲ ਚੱਲਦੀ ਹੈ। ਮੇਰੇ ਕਰਨੇ ਕਰਕੇ ਸਾਈਕਲ ਚੱਲ ਰਹੀ ਹੈ, ਪਰ ਜਦ ਮੈਂ ਪੈਡਲਿੰਗ ਰੋਕ ਦਿਆਂਗਾ ਤਾਂ ਸਾਈਕਲ ਗਿਰ ਜਾਏਗੀ। ਇਸੇ ਤਰ੍ਹਾਂ ਮਨ ਦਾ ਰੂਪ ਹੈ। ਜਦ ਮੈਂ ਆਪਣੀ ਥਾਟਸ ਨੂੰ ਇਨਕਰੇਜ ਨਹੀਂ ਕਰਾਂਗਾ, ਉਹਦੇ ਵਿੱਚ ਸ਼ਕਤੀ ਨਹੀਂ ਲਗਾਵਾਂਗਾ ਤਾਂ ਗਿਰ ਜਾਣਗੇ ਥਾਟਸ। ਸੁੰਨ ਅਵਸਥਾ ਦੀ ਗੱਲ ਕੁਝ ਨੇੜੇ ਆ ਜਾਏਗੀ। ਇਸ ਕਰਕੇ ਹੀ ਜ਼ੈਨ ਬੁੱਧਿਜ਼ਮ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ, ਜ਼ਾਜ਼ੈਨ, ਜਸਟ ਸਿਟਿੰਗ, ਮਤਲਬ ਬਸ ਬੈਠਣਾ ਹੈ, ਕਰਨਾ ਕੁਝ ਨਹੀਂ ਹੈ। ਜੋ ਕਰ ਚੁੱਕੇ ਹਾਂ ਉਸ ਤੋਂ ਦੂਰ ਚਲੇ ਜਾਣਾ ਹੈ। ਅਧਿਆਤਮ ਨਾ ਕਰਨ ਦੀ ਕਮਾਈ ਹੈ। ਪਰਫੈਕਸ਼ਨ ਤੇ ਸਾਡੇ ਆਲੇ ਦੁਆਲੇ ਸਭ ਜਗ੍ਹਾ ਹੈ,
विस्माद और आनंद हर जगह हाजिर है। मैं ही उस तो अपने करने करके टुट गया हाँ। मेरे एफर्ट करके मैं सत्य तो टुटदा हाँ, झूठ बन जाता हाँ। कूड़ ਦੀ ਪਾਲ ਹੀ ਤੇ ਹੈ। ਸਾਹਿਬ ਕਹਿੰਦੇ ਇਹਨੂੰ ਤੋੜ ਦੇ, ਆਪ ਹੀ ਤੇ ਬਣਾਈ ਹੈ। ਨਿਰੰਕਾਰ ਦੀ ਬਣੀ ਹੁੰਦੀ ਤਾਂ ਕੂੜ ਥੋੜੀ ਹੁੰਦੀ। ਇਹ ਤਾਂ ਮੇਰੀ ਮੈਂ ਦੇ ਉੱਤੇ ਆਧਾਰਿਤ ਇੱਕ ਦੀਵਾਰ ਬਣ ਗਈ ਹੈ, ਜਿਸ ਤੋਂ ਮੈਂ ਦੁਨੀਆ ਤੋਂ ਟੁੱਟ ਗਿਆ ਹਾਂ। ਬਸ ਮੈਂ ਆਪਣੇ ਮੈਂ ਤੋਂ ਦੂਰ ਜਾਣਾ ਹੈ, ਸ਼ਬਦ ਵਿੱਚ ਆਪਣੇ ਆਪ ਨੂੰ ਗਵਾ ਦੇਣਾ ਹੈ। ਇਹੋ ਜਿਹੀ ਅਵਸਥਾ ਵਿੱਚ ਚਲੇ ਜਾਣਾ ਹੈ ਜਿੱਥੇ ਮੈਂ ਆਪਣੇ ਆਪ ਤੋਂ ਪਰੇ ਹੋ ਗਿਆ ਹਾਂ। ਇੱਕ ਪ੍ਰੇਮ ਦੇ ਵਿੱਚ ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਅੰਤਰਗਤ ਤੀਰਥ ਮਲ ਲਾਓ। ਇੱਕ ਤੀਰਥ ਵੱਲ ਜਾਣਾ ਹੈ ਅੰਤਰ ਦੇ, ਉਹ ਨਾਮ ਦੇ ਵਿੱਚ, ਨਾਮ ਦੇ ਧਿਆਨ ਦੇ ਵਿੱਚ, ਸ਼ਬਦ ਦੇ ਧਿਆਨ ਦੇ ਵਿੱਚ, ਇਕਾਗਰ ਅਵਸਥਾ ਵਿੱਚ ਜਿਹੜੀ ਸਦਾ ਹੀ ਹਾਜ਼ਰ ਹੈ ਉਹਦੇ ਵਿੱਚ ਮਿਲ ਸਕਦੀ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਗੁਰਮੁਖਾਂ ਕੋਲ ਕੁਝ ਸਾਲ ਰਿਹਾ ਹੈ, ਉਹਦੇ ਇਹ ਲਾਭ ਹੁੰਦੇ ਹਨ ਕਿ ਅਭਿਆਸ ਸੌਖਾ ਹੋ ਜਾਂਦਾ ਹੈ। ਇੱਕ ਧਿਆਨਸਥ ਆਦਮੀ ਦੇ ਨੇੜੇ ਰਹਿਣਾ, ਮਨ ਸ਼ਾਂਤ ਹੋ ਜਾਂਦਾ ਹੈ। ਮਨ ਆਪ ਧਿਆਨ ਵੱਲ ਟੁਰ ਪੈਂਦਾ ਹੈ, ਸ਼ਬਦ ਦੀ ਬਾਣੀ ਦੀ ਹਜ਼ੂਰੀ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ। ਕਿਤਨੀ ਪਿਆਰੀ ਅਵਸਥਾ ਹੈ ਇਸ ਮਨ ਦੀ ਕਿ ਇਹ ਧਿਆਨਸਥ ਹੈ ਪੂਰੀ ਤਰ੍ਹਾਂ। ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੀ ਗੱਲ ਹੈ। ਆਪਰੇਸ਼ਨ ਦੇ ਟੇਬਲ 'ਤੇ ਉਹਨਾਂ ਨੇ ਕੋਈ ਹੈਲਪ ਲੈਣ ਤੋਂ ਮਨਾ ਕਰ ਦਿੱਤਾ। ਕਲੋਰੋਫੋਮ ਨਹੀਂ ਲੈਣੀ, ਮੈਂ ਐਨਸਥੀਸੀਆ ਨਹੀਂ ਲੈਣਾ। ਕਹਿੰਦੇ ਮੈਨੂੰ ਬਸ 10 ਮਿੰਟ ਦੇ ਦਿਓ। ਮਨ ਨੂੰ ਇਕਾਗਰ ਕੀਤਾ ਹੈ, ਸਰੀਰ ਤੋਂ ਵੀ ਤੋੜ ਦਿੱਤਾ ਮਨ, ਬਦੇ ਹੋ ਗਈ। ਬਦੇ ਅਵਸਥਾ ਕਹਿੰਦੇ, ਦੇਹ ਤੋਂ ਪਰੇ। ਹੁਣ ਸਰੀਰ ਦੇ ਸਾਰੇ ਅੰਗਾਂ ਤੋਂ ਮਨ ਟੁੱਟ ਗਿਆ, ਆਪਣੇ ਅੰਤਰ ਵਿੱਚ ਧਿਆਨਸਥ ਹੋ ਗਿਆ। ਹੁਣ ਕਹਿੰਦੇ ਨੇ ਕਰੋ ਜੋ ਕਰਨਾ ਹੈ। ਸੰਤ ਤੇਜਾ ਸਿੰਘ WMA ਨੇ ਉਹਨਾਂ ਦੀ ਕਥਾ ਲਿਖੀ, ਕਹਾਣੀ ਉਹਦੇ ਵਿੱਚ ਇਹ ਹਾਜ਼ਰ ਹੈ, ਕਿਸੇ ਦਿਨ ਪੜ੍ਹਨਾ। ਸਾਡੇ ਤੋਂ ਦੂਰ ਨਹੀਂ ਹੈ, अर्ਲੀ 20th ਸੈਂਚੁਰੀ ਦੀ ਸਟੋਰੀ ਹੈ ਇਹ ਗੱਲ। ਔਰ ਐਸੇ ਰਿਐਲਿਟੀ ਤੱਕ ਅਸੀਂ ਜਾਣਾ ਵੀ ਹੈ। ਸਾਡੀ ਜਰਨੀ ਵੀ ਉਸੇ ਤਰਫ ਚੱਲਦੀ ਹੈ ਅਗਰ ਅਸੀਂ ਗੁਰਮੁਖ ਦਾ ਜੀਵਨ ਜਾਣਨਾ ਚਾਹੁੰਦੇ ਹਾਂ। ਸਰੀਰ ਤੋਂ ਪਰੇ ਹੋ ਜਾਣਾ ਸਿਖਰ ਤੱਕ। ਇਸ ਨੂੰ ਫਿਰ ਸਾਹਿਬ ਤੁਰੀਆ ਅਵਸਥਾ ਕਹਿੰਦੇ ਹਨ, ਚੌਥਾ ਪਦ। ਜਿਹੜੀ ਅੰਡਰਲਾਈਂਗ ਐਨਰਜੀ ਹੈ ਸਾਰੇ ਗੁਣਾਂ ਦੀ, 3 ਗੁਣ ਛੱਡ ਕੇ ਉਸ ਅੰਡਰਲਾਈਂਗ ਐਨਰਜੀ ਨੂੰ ਪਕੜ ਲੈਂਦਾ ਹੈ, ਜਿਸ ਕਰਕੇ ਸਾਰੀ ਸ੍ਰਿਸ਼ਟੀ ਹਾਜ਼ਰ ਹੈ। ਹੁਣ ਮੈਂ ਤੋਂ ਅਵਸਥਾ ਦੇ ਪਰੇ ਹੈ। ਮੈਂ ਸਰੀਰ ਨਹੀਂ ਹਾਂ ਤਾਂ ਸਰੀਰ ਨੂੰ ਵੀ ਤਿਆਗ ਦਿੱਤਾ। ਬੜੀ ਸਿਖਰ ਦੀ ਗੱਲ ਹੈ, ਪਰ ਧਿਆਨ ਦੀ ਗੱਲ ਚੱਲਦੀ ਹੈ, ਇਸ ਕਰਕੇ ਆਪ ਨਾਲ ਮੈਂ ਧਿਆਨ ਦੀ ਗੱਲ ਸ਼ੇਅਰ ਕਰਦਾ ਹਾਂ ਕਿ ਧਿਆਨ ਵਿੱਚ ਇਹ ਐਬਿਲਿਟੀ ਹੈ ਸਭ ਚੀਜ਼ ਤੋਂ ਟੁੱਟ ਜਾਣ ਦੀ। ਔਰ ਅਸਲ ਵਿੱਚ ਧਿਆਨ ਆਪਣੇ ਆਪ ਵਿੱਚ ਪਰਿਪੂਰਨ ਵੀ ਹੈ, ਕੰਪਲੀਟ ਵੀ ਹੈ। ਉਹ ਕਿਸੇ ਵਸਤੂ ਦਾ ਧਿਆਨ ਨਹੀਂ ਕਰ ਰਿਹਾ, ਕਿਸੇ ਕੰਡੀਸ਼ਨ ਦਾ ਧਿਆਨ ਨਹੀਂ ਕਰ ਰਿਹਾ, ਕਿਸੇ ਪਰਸਨ ਦਾ ਧਿਆਨ ਨਹੀਂ ਕਰ ਰਿਹਾ, ਬਸ ਧਿਆਨ ਹੈ। ਕਿਉਂਕਿ ਅਗਰ ਉਹ ਕਿਸੇ ਕੰਡੀਸ਼ਨ ਦਾ, ਵਸਤੂ ਦਾ, ਕਿਸੇ ਸਿਚੁਏਸ਼ਨ ਦਾ ਧਿਆਨ ਕਰਦਾ ਹੈ ਤਾਂ ਉਹ ਫਿਰ ਆਊਟਰ ਫਲੋਇੰਗ ਹੋ ਜਾਂਦਾ, ਫਾਰਮ ਵੱਲ ਚਲਾ ਜਾਂਦਾ ਹੈ, ਆਕਾਰ ਵੱਲ ਚਲਾ ਜਾਂਦਾ ਹੈ, ਸਾਕਾਰ ਵੱਲ ਚਲਾ ਜਾਂਦਾ ਹੈ। ਫਿਰ ਉਹ ਆਪਣੇ ਸੱਤ ਤੋਂ ਟੁੱਟ ਜਾਂਦਾ ਹੈ। ਸਾਹਿਬ ਕਹਿੰਦੇ ਨੇ ਗੁਰਮੁਖ ਲਾਗੇ ਸਹਿਜ ਧਿਆਨ, ਬਸ ਬੈਠ ਗਿਆ ਸਹਿਜ ਵਿੱਚ, ਧਿਆਨ ਵਿੱਚ ਚਲਾ ਗਿਆ। ਕੁਝ ਕਰਨਾ ਨਹੀਂ ਹੈ, ਛੱਡ ਦਿੱਤਾ। ਜੋ ਕਰ ਰਿਹਾ ਸੀ ਉਹ ਵੀ ਛੱਡ ਦਿੱਤਾ। ਔਨ ਵੋਲਡਨ ਪੌਂਡ ਇੱਕ ਕਿਤਾਬ ਹੈ ਅਮਰੀਕੀ ਸੂਝਵਾਨ ਦੀ, ਫਿਲਾਸਫਰ ਦੀ। 2 ਸਾਲ ਉਹ ਆਪਣੇ ਘਰ ਤੋਂ ਪਰੇ ਰਿਹਾ। ਵੋਲਡਨ ਇੱਕ ਪੌਂਡ ਹੈ, ਉਹਦੇ ਨੇੜੇ ਰਿਹਾ, ਉੱਥੇ ਹੀ ਖੇਤੀ ਕਰਦਾ, ਉੱਥੇ ਹੀ ਖਾਂਦਾ, ਉੱਥੇ ਹੀ। ਉਹ 2 ਸਾਲ ਦੇ ਐਕਸਪੀਰੀਅੰਸ ਦਾ ਉਸਨੇ ਫਿਰ ਇਹ ਕਿਤਾਬ ਵਿੱਚ ਆਪਣਾ ਐਕਸਪੀਰੀਅੰਸ ਲਿਖਿਆ। ਇਕੱਲੇ ਰਹਿਣ ਤੋਂ ਕੀ ਲਾਭ ਹੋਇਆ, ਇਕਾਂਤ ਵਿੱਚ ਮੈਨੂੰ ਕੀ ਮਿਲਿਆ। ਵੋਲਡਨ ਐਕਸਪੈਰੀਮੈਂਟ ਕਹਿੰਦੇ ਉਸ ਨੂੰ। ਪੜ੍ਹਨਾ ਕਿਸੇ ਦਿਨ। ਮਨ ਦੀ ਕਾਫੀ ਗਹਿਨ ਗੱਲਾਂ ਕਰਦਾ ਹੈ। ਆਪਣੇ ਆਪ ਨਾਲ ਰਹਿਣਾ, ਮਨ ਨਾਲ ਰਹਿਣਾ ਹੀ ਹੋਇਆ, ਥਾਟਸ ਦੇ ਨਾਲ ਰਹਿਣਾ। ਫਿਰ ਕਿਤੇ ਰਹਿੰਦੇ ਰਹਿੰਦੇ ਥਾਟਸ ਵੀ ਚਲੀਆਂ ਗਈਆਂ। ਇੱਕ ਦਿਨ ਸੁਣਨ ਵੱਲ ਟੁਰ ਪਿਆ ਮਨ, ਆਪਣੇ ਸੱਤ ਵੱਲ ਜਾਣਾ ਸ਼ੁਰੂ ਕਰ ਗਿਆ। ਇਹ ਕੁਝ ਲੋਕ ਹਨ ਜਿਨ੍ਹਾਂ ਦੀ ਰਾਈਟਿੰਗਸ ਕਾਫੀ ਕੀਮਤੀ ਹਨ। ਕਾਰਲ ਗੁਸਤਾਵ ਜੁੰਗ, ਇੱਕ ਹੋਰ
ਫਰੋਇਡ ਦਾ ਕੰਟੈਂਪਰਰੀ ਰਿਹਾ, ਫਰੋਇਡ ਦੇ ਨਾਲ ਕੰਮ ਕੀਤਾ ਬੜਾ ਉਸਨੇ। ਪਰ ਮਨ ਦੇ ਜਦੋਂ ਐਕਸਪੀਰੀਅੰਸਿਸ ਪੜ੍ਹਦੇ ਹਾਂ, ਲੱਗਦਾ ਜਿਵੇਂ ਕੋਈ ਸਪਿਰਿਚੁਅਲ ਆਦਮੀ, ਕੋਈ ਅਧਿਆਤਮਕ ਆਦਮੀ ਲਿਖ ਰਿਹਾ ਹੋਏ ਅਧਿਆਤਮ ਦੀ ਗੱਲ, ਉਸ ਦੇਸ਼ ਦੀ ਗੱਲ ਜਿਹੜੀ ਇੱਥੇ ਨਹੀਂ ਦਿਖਦੀ ਹੈ। ਯੋਂ ਪੌਲ ਸਾਤਰ ਕੀ ਕਹਿੰਦਾ ਹੈ? ਦੀ ਅਦਰ ਇਜ਼ ਹੈਲ। ਇਸ ਬਾਣੀ ਵਿੱਚ ਸਾਹਿਬ ਨੇ ਇਸ ਗੱਲ ਨੂੰ ਦੱਸਿਆ ਹੈ ਸਾਨੂੰ ਕਿ ਦੂਸਰੇ 'ਤੇ ਆਧਾਰ ਨਹੀਂ ਬਣਾਉਣਾ ਹੈ ਜੀਵਨ ਨੂੰ, ਆਪਣੇ ਆਪ ਵਿੱਚ, ਮਨ ਵਿੱਚ ਪਰਿਪੂਰਨ ਹੋਣਾ ਹੈ। ਬਾਹਰਲੇ ਜੀਵਨ ਨੂੰ ਆਧਾਰ ਬਣਾਵਾਂਗੇ ਤੇ ਚੋਟਾਂ ਖਾਵਾਂਗੇ। ਗੁਰਮੁਖ ਲਾਗੇ ਸਹਿਜ ਧਿਆਨ, ਸਹਿਜ ਵਿੱਚ ਸਹਿਜ ਹੋ ਕੇ ਧਿਆਨ ਵਿੱਚ ਚਲਾ ਗਿਆ, ਸਤ ਵਿੱਚ ਚਲਾ ਗਿਆ, ਆਪਣੇ ਘਰ ਚਲਾ ਗਿਆ, ਨਾਮ ਵਿੱਚ ਚਲਾ ਗਿਆ, ਇਕਾਗਰਤਾ ਵਿੱਚ ਚਲਾ ਗਿਆ। ਇਸ ਖਿੰਡਾਓ ਕਰਕੇ ਤੇ ਪਰੇਸ਼ਾਨ ਹਾਂ ਅਸੀਂ ਸਾਰੇ। ਉਸ ਤੋਂ ਟੁੱਟ ਕੇ ਸਭ ਪਰੇਸ਼ਾਨ ਹੁੰਦੇ ਹਾਂ। ਨਾਮ ਤੋਂ ਟੁੱਟ ਕੇ ਕੇਵਲ ਦੁੱਖ ਹੀ ਦੁੱਖ ਲੱਗਦਾ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਭਾਵੇ ਦਰਗਹਿ ਮਾਨ। ਦਰਗਹਿ ਸ਼ਬਦ ਬੜਾ ਨਿਰਾਲਾ ਹੈ। ਵੈਸੇ ਤਾਂ ਸਾਰੀ ਸ੍ਰਿਸ਼ਟੀ ਉਹਦੀ ਦਰਗਾਹ ਹੀ ਹੈ ਜਿੱਥੇ ਉਹ ਹਾਜ਼ਰ ਹੈ, ਪਰ ਜਦ ਮੈਂ ਇਕਾਗਰਤਾ ਵਿੱਚ, ਧਿਆਨ ਵਿੱਚ, ਨਾਮ ਵਿੱਚ ਬੈਠਦਾ ਹਾਂ ਤਾਂ ਉਹਦੀ ਦਰਗਾਹ ਵਿੱਚ ਮੈਂ ਚਲਾ ਜਾਂਦਾ ਹਾਂ। ਮੈਂ ਉਹਦੀ ਦਰਗਾਹ ਵਿੱਚ ਨਹੀਂ ਰਹਿੰਦਾ, ਕਿਉਂਕਿ ਮੈਂ ਉਹਦੀ ਹਾਜ਼ਰੀ ਵਿੱਚ, ਉਹਦੀ ਹਜ਼ੂਰੀ ਵਿੱਚ ਨਹੀਂ ਹਾਂ। ਉਸ ਨੂੰ ਫੀਲ ਨਹੀਂ ਕਰ ਪਾਉਂਦਾ ਆਪਣੇ ਆਲੇ ਦੁਆਲੇ। ਥਾਟਸ ਵਿੱਚ ਆਪਣੇ ਆਪ ਨੂੰ ਜ਼ਰੂਰ ਕਹਿ ਸਕਦਾ ਕਿ ਉਹ ਹਰ ਜਗ੍ਹਾ ਹੈ, ਬਟ ਆਈ ਡੋਂਟ ਨੋ ਦਿਸ ਰਿਐਲਿਟੀ। ਆਈ ਡੋਂਟ ਨੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਣ ਕਣ ਵਿੱਚ ਹਾਜ਼ਰ ਨੇ। ਆਈ ਡੋਂਟ ਨੋ ਦਿਸ। ਆਈ ਕੈਨ ਟੈਲ ਮਾਈ ਸੈਲਫ, ਥਾਟਸ ਵਿੱਚ ਬੋਲ ਸਕਦਾ ਹਾਂ, ਬਟ ਰਿਵੀਲ ਨਹੀਂ ਹੋ ਰਹੀ ਗੱਲ ਮੈਨੂੰ। ਇਹ ਗੱਲ ਤਾਂ ਸਿਰਫ ਕਿਰਪਾ ਨਾਲ ਮਿਲ ਸਕਦੀ ਹੈ। ਮੇਰਾ ਉੱਥੇ ਜਾਣਾ ਪੋਸੀਬਲ ਨਹੀਂ ਹੈ। ਮੈਨੂੰ ਉਸ ਅਵਸਥਾ ਦੀ ਗਿਆਨ ਹੀ ਨਹੀਂ ਹੈ। ਮੇਰੀ ਇਮੈਜੀਨੇਸ਼ਨ ਤੋਂ ਪਰੇ ਹੈ, ਮੇਰੀ ਡੂਇੰਗ ਤੋਂ ਪਰੇ ਹੈ। ਕੇਵਲ ਗੁਰੂ ਮੈਨੂੰ ਉਸ ਵੱਲ ਪ੍ਰੇਰ ਸਕਦਾ ਹੈ। ਗੁਰੂ ਉਸ ਅਵਸਥਾ ਦਾ ਗਿਆਨ ਦੇ ਸਕਦਾ ਹੈ। ਔਰ ਅਗਰ ਗੁਰੂ ਉਹ ਕਰਦਾ ਹੈ ਤਾਂ ਮੇਰਾ ਸਦਾ ਲਈ ਜੀਵਨ ਬਦਲੀ ਹੋ ਜਾਂਦਾ ਹੈ। ਨਾਮ, ਦਾਨ, ਇਸ਼ਨਾਨ ਇੱਕ ਸਦਾ ਦੀ ਖੇਡ ਬਣ ਜਾਂਦੀ ਹੈ। ਸਦਾ ਲਈ ਨਾਮ ਵਿੱਚ, ਸਦਾ ਲਈ ਦਾਨ, ਸਦਾ ਲਈ ਮਨ ਇਸ਼ਨਾਨ ਵਿੱਚ। ਇੱਕ ਬੜੀ ਕਮਾਲ ਦੀ ਅਵਸਥਾ ਦੀ ਗੱਲ ਹੋ ਰਹੀ ਹੈ। ਗੁਰਮੁਖ ਲਾਗੇ ਸਹਿਜ ਧਿਆਨ। ਉਹ ਕਿਹੜੇ ਗੁਰਮੁਖ ਹਨ ਜਿਹੜੇ ਸਦਾ ਲਈ ਧਿਆਨ ਵਿੱਚ ਹੀ ਹਨ? ਇਹ ਪੋਟੈਂਸ਼ੀਅਲ ਸਾਡੇ ਸਾਰਿਆਂ ਵਿੱਚ ਹੈ। ਵੱਡੇ ਭਾਗ ਨੇ। ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਮਿਲੀ ਹੈ, ਜੈਸਾ ਸੇਵੇ ਤੈਸਾ ਹੋਏ। ਮਨ ਨੂੰ ਉਸ ਦੀ ਸੇਵਾ ਵਿੱਚ ਲਗਾਉਣਾ ਹੈ ਤਾਂ ਉਸ ਦਾ ਹੀ ਰੂਪ ਹੋ ਜਾਏਗਾ ਮਨ। ਬਾਣੀ ਉਸ ਦੀ ਚਿੱਠੀ ਹੈ ਪ੍ਰੇਮ ਦੀ, ਨਿਰੰਕਾਰ ਦਾ ਸੁਨੇਹਾ ਹੈ ਸਾਨੂੰ। ਉਸ ਬਾਣੀ ਨੂੰ ਪ੍ਰੇਮ ਨਾਲ ਪੜ੍ਹਾਂਗੇ ਤਾਂ ਉਹ ਸਦਾ ਲਈ ਪ੍ਰੇਮ ਨਾਲ ਜੁੜ ਜਾਵਾਂਗੇ। ਦੁਨੀਆ ਦਾ ਸਭ ਦੁੱਖ ਟੁੱਟ ਜਾਏਗਾ ਸਾਡੇ ਤੋਂ, ਸਮਾ ਜਾਵਾਂਗੇ ਸਤ ਵਿੱਚ। ਇਹਦੇ ਲਈ ਸਾਡੀ ਅਰਦਾਸ, ਸਾਡੇ ਬੀਜ ਜੀਵਨ ਵਿੱਚ ਅਸੀਂ ਬੋਣੇ ਹਨ। ਅਵਗਤੋ ਨਿਰਮਾਇਲ ਉਪਜੇ। ਇਸ ਅਵਸਥਾ ਦੇ ਗਿਆਨ ਸ਼ਬਦ ਦੇ ਧਿਆਨ ਵਿੱਚ ਆ ਸਕਦਾ ਹੈ ਸਾਨੂੰ। ਜਪਜੀ ਸਾਹਿਬ ਵਿੱਚ ਮਹਾਰਾਜ ਨੇ ਸਾਨੂੰ ਇਹੀ ਦੱਸਿਆ ਹੈ। ਜਤ ਪਹਾਰਾ ਧੀਰਜ ਸੁਣਿਆਰ, ਅਹਿਰਨ ਮਤ ਵੇਦ ਹਥਿਆਰ। ਪਾਓ ਖਲਾ ਅਗਨ ਤਪ ਤਾਓ, ਪਾਂਡਾ ਪਾਓ ਅੰਮ੍ਰਿਤ ਚਿਤਾਲ। ਘੜੀਏ ਸ਼ਬਦ ਸੱਚੀ ਟਕਸਾਲ। ਬਾਣੀ ਅਸੀਂ ਪੜ੍ਹਦੇ ਹਾਂ ਰਹਿਤ ਮਰਿਆਦਾ ਦੇ ਅਨੁਸਾਰ। ਮੈਨੂੰ ਲੱਗਦਾ ਸਾਨੂੰ ਇੱਕ ਸ਼ਬਦ ਨੂੰ ਅਪਣਾ ਲੈਣਾ ਚਾਹੀਦਾ ਹੈ। ਜੋ ਅਸੀਂ ਕਰਦੇ ਹਾਂ ਉਹ ਸਭ ਠੀਕ। ਚਾਹੇ ਮੂਲ ਮੰਤਰ ਲੈ ਲਈਏ, ਚਾਹੇ ਕੁਝ ਹੋਰ ਸ਼ਬਦ ਲੈ ਲਈਏ, ਉਸ ਸ਼ਬਦ ਨੂੰ ਘੜੀਏ ਮਨ ਵਿੱਚ। ਇਤਨਾ ਘੜੀਏ ਕਿ ਜਦੋਂ ਮਨ ਦੁਨੀਆ ਤੋਂ ਥੋੜ੍ਹਾ ਜਿਹਾ ਵਿਆਕੁਲ ਹੋ ਕੇ ਟੁੱਟੇ ਤਾਂ ਸਿੱਧਾ ਸ਼ਬਦ ਵਿੱਚ ਚਲਾ ਜਾਏ। ਸ਼ਬਦ ਦੀ ਹਜ਼ੂਰੀ, ਸਹਿਜ ਧਿਆਨ ਸਦਾ ਨਾਲ ਰਹੇ। ਇਹ ਅਭਿਆਸ ਮੈਨੂੰ ਵੀ ਕਰਨਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਮੂਲ ਮੰਤਰ ਲੈ ਲਈਏ।
ਵੈਖਰੀ ਬਾਣੀ ਤੋਂ ਸ਼ੁਰੂ ਕਰੀਏ, ਬੋਲ ਕੇ ਸ਼ੁਰੂ ਕਰੀਏ ਪਹਿਲੇ, ਤਾਂ ਕਿ ਮਨ ਦੀ ਸਾਰੀ ਫੈਕਲਟੀਜ਼ ਉਸ ਸ਼ਬਦ ਦੇ ਨਾਲ ਸਾਂਝ ਪਾ ਲੈਣ। ਬੋਲੀਏ, ਸੁਣੀਏ, ਅੱਖਾਂ ਬੰਦ ਕਰਕੇ ਅਭਿਆਸ ਕਰੀਏ, ਔਰ ਫਿਰ ਇਸ ਨੂੰ ਇਤਨਾ ਅਪਣਾ ਲਈਏ ਕਿ ਸਦਾ ਹੀ ਮਨ ਵਿੱਚ ਹਾਜ਼ਰ ਹੋਏ। ਗੁਰਮੁਖਾਂ ਨੇ ਮੈਨੂੰ ਇਹ ਦੱਸਿਆ ਸੀ ਕਿ ਭਾਈ ਮੂਲ ਮੰਤਰ ਦਾ ਤੇ ਇੰਨਾ ਅਭਿਆਸ ਕਰ ਕਿ ਮੂਲ ਮੰਤਰ ਦਾ ਰੂਪ ਹੀ ਹੋ ਜਾ। ਮੇਰੇ ਤੋਂ ਕਿੱਥੇ ਹੋ ਪਾਇਆ, ਪਰ ਗੁਰਮੁਖਾਂ ਦਾ ਗਿਆਨ ਇਹੀ ਸੀ। ਔਰ ਇੰਨਾ ਸਮਾਂ ਇਹਨੂੰ ਨਹੀਂ ਚਾਹੀਦਾ ਜਿੰਨਾ ਅਸੀਂ ਸੋਚਦੇ ਹਾਂ। ਸਵੇਰੇ ਅਗਰ ਕੰਮ ਕਾਰ ਵਿੱਚ ਜਾਣ ਤੋਂ ਪਹਿਲਾਂ ਭਾਵੇਂ 5, 10, 15, 20, 25 ਜਿਤਨਾ ਵੀ ਹੋ ਸਕੇ ਅਸੀਂ ਵੈਖਰੀ ਬਾਣੀ ਵਿੱਚ ਅਭਿਆਸ ਕਰਕੇ ਜਾਵਾਂਗੇ ਤਾਂ ਦਿਨ ਦੇ ਵਿੱਚ ਸ਼ਬਦ ਨਾਲ ਚੱਲੇਗਾ। ਇਹ ਮੈਨੂੰ ਲੱਗਦਾ ਹੈ। ਗੁਰਮੁਖ ਲਾਗੇ ਸਹਿਜ ਧਿਆਨ, ਤੁਸੀਂ ਵੀ ਗੁਰਮੁਖ ਬਣ ਜਾਓਗੇ। ਸਹਿਜ ਵਿੱਚ ਸ਼ਬਦ ਵਿੱਚ ਚਲੇ ਜਾਵਾਂਗੇ, ਗੁਰੂ ਨਾਲ ਚੱਲੇਗਾ। ਜੋ ਨਿਰੰਕਾਰ ਦੀ ਸ਼ਕਤੀ ਹੈ ਉਹ ਸਹਿਜ ਅਵਸਥਾ ਵਿੱਚ ਹਾਜ਼ਰ ਰਹੇਗੀ ਮਨ ਵਿੱਚ। ਇਹ ਮੈਨੂੰ ਲੱਗਦਾ ਹੈ। ਸਾਹਿਬ ਕਹਿੰਦੇ ਹਨ ਕਿ ਫਿਰ ਦਰਗਹਿ ਦੇ ਵਿੱਚ ਮਾਣ ਪਾ ਲੇਗਾ। ਦਰਗਹਿ ਵਿੱਚ ਮਾਣ ਦਾ ਮਤਲਬ ਕੀ ਹੋਇਆ? ਦਰਗਾਹ ਤੇ ਉਹ ਹੈ ਜਿੱਥੇ ਮੈਂ ਹਜ਼ੂਰੀ ਵਿੱਚ ਰਹਿੰਦਾ ਹਾਂ ਉਹਦੀ, ਜਿੱਥੇ ਮੈਂ ਉਸ ਨੂੰ ਜਾਣ ਲਿਆ ਕਿ ਉਹ ਹੈ, ਜਿੱਥੇ ਮੈਂ ਉਹਦੀ ਪ੍ਰੈਜ਼ੈਂਸ ਵਿੱਚ ਆ ਗਿਆ, ਜਿੱਥੇ ਉਸ ਮਨ ਦੀ ਉਸ ਅਵਸਥਾ ਵਿੱਚ ਮੈਂ ਉਸ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਲਿਆ। ਅਕਾਲ ਪੁਰਖ ਦੀ ਹਜ਼ੂਰੀ, ਉਹ ਅਵਸਥਾ ਕੀ ਦਿੰਦੀ ਹੈ ਮੈਨੂੰ? ਮੇਰੇ ਅਸਲ ਮਨ ਨੂੰ ਪ੍ਰਗਟ ਕਰ ਦਿੰਦੀ ਹੈ। ਮਾਨ ਦੇ ਸ਼ਬਦ ਦਾ ਇੱਕ ਅਰਥ ਮਨ ਵੀ ਬਣਦਾ ਹੈ। ਮਨ ਦਾ ਮਾਨ, ਤੇਰੇ ਮਾਨ ਹਰ ਹਰ ਮਾਨ। ਮੇਰੇ ਮਨ ਦਾ ਅਸਲ ਰੂਪ ਦਰਗਹਿ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਔਰ ਜਦ ਮੈਂ ਆਪਣੇ ਮਨ ਦੇ ਅਸਲ ਰੂਪ ਨੂੰ ਜਾਣਦਾ ਹਾਂ ਤਾਂ ਦਰਗਹਿ ਪ੍ਰਗਟ ਹੋ ਜਾਂਦੀ ਹੈ। ਦਰਗਾਹ ਜਿੱਥੇ ਨਿਰੰਕਾਰ ਹੈ, ਮੈਂ ਨਹੀਂ ਹਾਂ, ਉਹ ਮੇਰੇ ਮਨ ਦੇ ਵਿੱਚ ਅਵਸਥਾ ਹਾਜ਼ਰ ਹੈ। ਇਹ ਮੇਰੀ ਹੁਣ ਤੱਕ ਦੀ ਬਦਕਿਸਮਤੀ ਕਹਿ ਸਕਦੇ ਹਾਂ ਕਿ ਮੈਂ ਉਸ ਅਵਸਥਾ ਨੂੰ ਨਹੀਂ ਜਾਣ ਪਾਉਂਦਾ, ਪਰ ਇਸ ਨੂੰ ਵੱਡਾ ਭਾਗ ਗਿਣਨਾ ਚਾਹੀਦਾ ਹੈ ਕਿ ਮੈਂ ਉਸ ਨੂੰ ਜਾਣ ਸਕਦਾ ਹਾਂ। ਇਸ ਅਵਸਥਾ ਨੂੰ ਮੈਂ ਜੀ ਸਕਦਾ ਹਾਂ ਇਸ ਸਰੀਰ ਦੇ ਹੁੰਦੇ ਹੁੰਦੇ। ਜਿਤਨੀ ਐਨਰਜੀ ਔਰ ਅਰਦਾਸ ਮੈਂ ਇਸ 'ਤੇ ਲਗਾਵਾਂਗਾ ਤਾਂ ਉਹ ਜੀਵਨ ਇੱਕ ਸੰਗੀਤ ਬਣਾ ਸਕਦੀ ਹੈ, ਇੱਕ ਆਨੰਦ ਦੀ ਸੈਲੀਬ੍ਰੇਸ਼ਨ ਬਣਾ ਸਕਦੀ ਹੈ। ਕੋਈ ਵੀ ਕੰਡੀਸ਼ਨ ਹੋਏ ਜੀਵਨ ਦੀ, ਇਹ ਪੋਸੀਬਿਲਿਟੀਜ਼ ਜੀਵਨ ਵਿੱਚ ਹਨ। ਇਹ ਬੀਜ ਸਾਨੂੰ ਬੋਣੇ ਹਨ। ਇਹਨਾਂ ਬੀਜਾਂ ਨੂੰ ਬੋ ਕੇ ਅਸੀਂ ਅੱਗੇ ਚੱਲਣਾ ਹੈ। ਇਸ ਨਿਰੰਕਾਰ ਦੀ ਖੇਡ ਵੱਲ ਅਸੀਂ ਟੁਰ ਸਕਦੇ ਹਾਂ। ਪ੍ਰੇਮ ਨਾਲ ਜੁੜੇ ਹੋਏ ਇਕਾਗਰ ਸਹਿਜ ਧਿਆਨ ਵਿੱਚ ਮਨ ਨੂੰ ਤਿਆਰ ਕਰਨਾ ਹੈ। ਮਨ ਨੂੰ ਥਾਟਸ ਤੋਂ ਥੋੜ੍ਹਾ ਜਿਹਾ ਪਰੇ ਕਰ ਦੇਣਾ ਹੈ। ਗੁਰਮੁਖ ਪੁੱਛਦੇ ਸਨ ਕਈ ਵਾਰ ਮੈਨੂੰ, ਕਿਉਂਕਿ ਸਾਰਾ ਦਿਨ ਸੇਵਾ ਕਰਨੀ, ਕਦੇ ਲੰਗਰ ਦੀ, ਕਦੇ ਹੋਰ। ਕਹਿੰਦੇ ਕੁਝ ਸਮਾਂ ਹੁੰਦਾ ਹੈ ਜਦੋਂ ਥਾਟਸ ਨਹੀਂ ਆਉਂਦੀਆਂ। ਕੌਣ ਹਨ ਉਹ ਲੋਕ ਜਿਹਨੇ ਇਸ ਅਵਸਥਾ ਦੇ ਮਾਲਕ ਹਨ? ਪ੍ਰੇਰਨਾ ਉਹਨਾਂ ਦੀ ਐਸੀ ਕਿ ਇਸ ਪਾਸੇ ਜਾਣਾ ਹੈ। ਮਨ ਨੂੰ ਵਾਚ ਕਰ। ਕੁਝ ਸਮਾਂ ਆਉਂਦਾ ਹੈ ਜਦੋਂ ਥਾਟ ਨਹੀਂ ਰਹਿੰਦੀ, ਇਕਾਗਰਤਾ ਵਿੱਚ ਚਲਾ ਜਾਂਦਾ ਹੋਏ। ਇਹ ਉਹਨਾਂ ਦਾ ਪ੍ਰੇਮ ਸੀ। ਮੈਨੂੰ ਗਾਈਡ ਕਰਦੇ ਸਨ। ਗੁਰਮੁਖਾਂ ਦਾ ਸਾਥ ਅਨਮੋਲ ਵਸਤੂ ਹੈ। ਵੈਸੇ ਤਾਂ ਦਰਗਹਿ ਦੇ ਵਿੱਚ ਫਿਰ ਮੈਨੂੰ ਮਾਣ ਮਿਲਣ ਦਾ ਇਹ ਵੀ ਭਾਵ ਹੈ ਕਿ ਭਰੋਸਾ ਹੋ ਜਾਂਦਾ ਹੈ। ਆਪਣੇ ਪੇ ਮਾਣ, ਆਪਣੇ ਪੇ ਤਾਨਾ, ਆਪਣੇ ਹੀ ਪੇ ਅਰਥਾ। ਦਰਗਹਿ ਤੇ ਮਾਣ ਦਾ ਇਹ ਵੀ ਭਾਵ ਨਿਕਲ ਸਕਦਾ ਹੈ ਕਿ ਮੈਂ ਦਰਗਹਿ ਨੂੰ ਸੱਚ ਜਾਣ ਲੈਂਦਾ ਹਾਂ। ਕਿਉਂਕਿ ਗੁਰਮੁਖ ਕੀ ਕਰਦਾ ਹੈ? ਸਾਹਿਬ ਦੱਸਦੇ ਹਨ, ਗੁਰਮੁਖ ਸਾਚੀ ਕਾਰ ਕਮਾਏ। ਸਾਚੀ ਕਾਰ ਤੋਂ ਭਾਵ ਕੀ ਹੈ? ਉਹ ਕਾਰਜ ਜੋ ਸਦਾ ਲਈ ਹੈ। ਗੁਰਮੁਖ ਪਾਵੇ ਦਰਗਹਿ ਮਾਨ। ਇਸ ਦੁਨੀਆ ਤੋਂ ਮਾਣ
ਨਾਤਾ ਗੁਰਮੁਖ ਨਾਲ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਜ਼ਿਆਦਾ ਮੁੱਲ ਪੈਂਦਾ ਹੈ। ਜਿਸ ਨੂੰ ਦਰਗਾਹ ਮਿਲ ਗਈ, ਹਜ਼ੂਰੀ ਮਿਲ ਗਈ, ਉਸ ਨੂੰ ਮਾਨ ਮਿਲਿਆ ਹੈ, ਔਰ ਉਸ ਦਾ ਮਾਨ ਸਾਰੇ ਲੋਕਾਂ ਵਿੱਚ, ਸਾਰੀ ਸਥਿਤੀਆਂ ਵਿੱਚ ਹਾਜ਼ਰ ਹੈ, ਕੰਡੀਸ਼ਨਲੈਸ ਹੈ। ਕਿਉਂਕਿ ਨਿਰੰਕਾਰ ਦੀ ਹਜ਼ੂਰੀ ਵਿੱਚ ਮਾਣ ਮਿਲਦਾ ਹੈ ਤਾਂ ਉਹਦੀ ਸਾਰੀ ਕ੍ਰੀਏਸ਼ਨ ਵਿੱਚ ਤਾਂ ਮਾਣ ਹੈ ਹੀ। ਫਿਰ ਹਜ਼ੂਰੀ ਮਿਲ ਜਾਏ ਜੀਵਨ ਵਿੱਚ, ਉਹੀ ਮਾਣ ਹੈ। ਮਨ ਧਿਆਨ ਵਿੱਚ ਜਾ ਕੇ ਦਰਗਾਹ ਵਿੱਚ ਹਾਜ਼ਰ ਹੋ ਜਾਏ, ਇਕਾਗਰਤਾ ਵੱਲ। ਸਾਵਧਾਨ ਇਕਾਗਰ ਚੀਤ ਗੁਰੂ ਅਰਜਨ ਸਾਹਿਬ ਪੇਸ਼ ਕਰਦੇ ਹਨ, ਹੁਕਮ ਕਰਦੇ ਹਨ। ਅਭਿਆਸ ਕਰਨਾ ਹੈ ਸਾਵਧਾਨ ਹੋ ਕੇ, ਇੱਕ ਚਿੱਤ ਹੋ ਕੇ, ਡਿਵਾਈਡਡ ਮਾਈਂਡ ਵਿੱਚ ਨਹੀਂ, ਇੱਕੋ ਚਿੱਤ ਵਿੱਚ ਹੋ ਕੇ ਅਭਿਆਸ ਕਰਨਾ ਸਾਹਿਬ ਕਹਿ ਰਹੇ ਹਨ। ਇਹ ਚੀਜ਼ ਸਮਝਣੀ ਜ਼ਰੂਰੀ ਹੈ ਕਿ ਮੇਰੀ ਮਨ ਦੀ ਅਵਸਥਾ ਦਾ ਮੇਰੇ ਅਭਿਆਸ ਨਾਲ ਬਹੁਤ ਰਿਲੇਸ਼ਨ ਹੈ, ਔਰ ਜਿਤਨਾ ਮੈਂ ਮਨ ਨੂੰ ਇਕਾਗਰ ਰੱਖ ਸਕਦਾ ਹਾਂ, ਉਤਨਾ ਮੈਨੂੰ ਗਿਆਨ ਹੋ ਜਾਂਦਾ ਹੈ, ਉਤਨਾ ਅਭਿਆਸ ਗਹਿਨ ਹੋ ਜਾਂਦਾ ਹੈ। ਔਰ ਇਹਦਾ ਰਿਲੇਸ਼ਨ ਬਾਹਰ ਦੀ ਅਵਸਥਾ ਨਾਲ ਨਹੀਂ ਹੈ। ਇਸੇ ਕਰਕੇ ਗੁਰਮੁਖਾਂ ਨੇ, ਗੁਰੂਆਂ ਨੇ ਜੰਗਾਂ ਵੀ ਲੜ ਲਈਆਂ ਇਕਾਗਰ ਮਨ ਵਿੱਚ। ਇਹ ਗੱਲ ਮਨ ਨੂੰ ਥਿਰ ਕਰਨ ਦੀ ਹੈ, ਮਨ ਨੂੰ ਸਟੇਬਲ ਕਰਨ ਦੀ ਹੈ। ਔਰ ਇਹ ਕਿੱਥੋਂ ਆਉਂਦੀ ਹੈ? ਨਾਮ ਤੋਂ ਮਿਲਦੀ ਹੈ ਸਾਰੀ ਅਵਸਥਾ। ਮਹਾਰਾਜ ਕਹਿੰਦੇ ਨੇ ਨਾਮ ਤੋਂ ਲੱਗਦਾ ਹੈ ਸਭ ਕੁਝ। ਗੁਰਮੁਖ ਲਾਗੇ ਸਹਿਜ ਧਿਆਨ ਗੁਰੂ ਤੋਂ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਤੋਂ ਮਿਲ ਜਾਂਦਾ ਹੈ। ਗੁਰੂ ਦੇ ਸ਼ਬਦ ਨਾਲ ਮਨ ਨੂੰ ਇਕਾਗਰ ਕਰਨਾ, ਸਾਰੀ ਦੁਨੀਆ ਤੋਂ ਤੋੜ ਕੇ ਇਕਾਗਰਤਾ ਵੱਲ ਚਲੇ ਜਾਣਾ ਹੈ। ਜਿਤਨਾ ਮੈਂ ਸ਼ਬਦ ਦਾ ਗਹਿਨ ਅਭਿਆਸ ਮਨ ਵਿੱਚ ਕਰ ਸਕਾਂਗਾ, ਉਤਨਾ ਇਕਾਗਰਤਾ ਵੱਲ ਟੁਰ ਪਾਵਾਂਗਾ। ਮਨਸੂਰ ਦੀ ਗੱਲ ਹੈ। ਮਨਸੂਰ ਦੇ ਸਰੀਰ ਨੂੰ ਕੱਟ ਰਹੇ ਹਨ, ਮਨਸੂਰ ਹੱਸਦਾ ਹੈ ਤਾਂ ਲੋਕ ਪੁੱਛਦੇ ਹਨ, ਤੈਨੂੰ ਕੱਟ ਰਹੇ ਹਨ, ਤੂੰ ਹੱਸਦਾ ਕਿਸ ਗੱਲ ਤੇ ਹੈ? ਮਨਸੂਰ ਕਹਿੰਦਾ, ਜਿਹਨੂੰ ਇਹ ਕੱਟਦੇ ਹਨ ਉਹ ਕੱਟਿਆ ਨਹੀਂ ਜਾ ਸਕਦਾ। ਉਹ ਤਾਂ ਸਰੀਰ ਨਹੀਂ ਹੈ, ਉਹ ਮਨ ਤਾਂ ਇਕਾਗਰ ਹੈ ਮੇਰੇ ਅੰਦਰ ਵਿੱਚ। ਉਹਦਾ ਤੇ ਹਿੱਸਾ ਹੀ ਨਹੀਂ ਹੋ ਸਕਦਾ। ਉਹ ਤਾਂ ਜਲਾਇਆ ਨਹੀਂ ਜਾ ਸਕਦਾ, ਉਹ ਤਾਂ ਛੇਦਿਆ ਨਹੀਂ ਜਾ ਸਕਦਾ, ਉਹਦਾ ਕੋਈ ਨਾਸ ਨਹੀਂ ਕਰ ਸਕਦਾ। ਜੀਵਨ ਦਾ ਸਿਖਰ ਹੈ, ਪਰਫੈਕਸ਼ਨ ਆਫ ਲਾਈਫ। ਫਿਰ ਇਹੋ ਜਿਹੀ ਅਵਸਥਾ ਦੇ ਮਾਲਕ ਦੀ ਮਨ ਦੀ ਅਵਸਥਾ ਕੀ ਹੋਏਗੀ? ਗੁਰਮੁਖ ਪਾਉ ਪੰਜਨ ਪ੍ਰਧਾਨ। ਪਾਉ ਨੂੰ ਨਾਸ ਕਰ ਦਿੱਤਾ, ਡਰ ਨੂੰ ਨਾਸ ਕਰ ਦਿੱਤਾ। ਡਰ ਕੀ ਰਿਹਾ? ਜਿਹਨੂੰ ਸਰੀਰ ਛੱਡਣ ਦਾ ਡਰ ਨਹੀਂ ਰਿਹਾ, ਜਿਹੜੀ ਸਾਰੀ ਸ੍ਰਿਸ਼ਟੀ ਨੂੰ ਜੁੜ ਕੇ ਫਿਰ ਸਭ ਕੁਝ ਤਿਆਗਣ ਨੂੰ ਤਿਆਰ ਹੋਏ, ਉਹਦਾ ਕੌਣ ਕੀ ਨਾਸ ਕਰ ਸਕਦਾ ਹੈ? ਉਹਦਾ ਕੀ ਕੋਈ ਵਿਗਾੜ ਸਕਦਾ ਹੈ? ਉਹ ਤਾਂ ਅਸਲ ਰਾਜ ਹੈ, ਜਿਹੜਾ ਹਰ ਨਿਰੰਕਾਰ ਨਾਲ ਸ਼ਬਦ ਰੂਪ ਵਿੱਚ ਜੁੜ ਗਿਆ। ਉਹ ਚੇਂਜਿੰਗ ਦੁਨੀਆ ਤੋਂ ਟੁੱਟ ਗਿਆ। ਹੁਣ ਇਹ ਬਦਲਦੀ ਦੁਨੀਆ ਉਹਦਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਮਨ ਉਹਦਾ ਉੱਥੇ ਥਿਰ ਹੈ ਜੋ ਸਦਾ ਲਈ ਹੈ। ਬਦਲਦੀ ਦੁਨੀਆ ਵਿੱਚ ਤੇ ਬਦਲਾਵ ਹੈ, ਚੇਂਜ ਹੈ। ਇਸ ਮਨ ਦੀ ਅਵਸਥਾ ਵਿੱਚ ਜਿਹਦੇ 'ਚ ਅਸੀਂ ਰਹਿੰਦੇ ਹਾਂ, ਉਹਦੇ ਸਦਾ ਹੀ ਅਸਥਿਰਤਾ ਹੈ, ਇਨਸਟੇਬਿਲਿਟੀ ਹੈ। ਕੌਨਸਟੈਂਟ ਚੇਂਜ ਉਹਦਾ ਫੈਕਟਰ ਹੈ। ਕੌਨਸਟੈਂਟ ਚੇਂਜ ਕਰਕੇ ਡਰ ਹੈ, ਕਿਉਂਕਿ ਸਦਾ ਹੀ ਅਸੀਂ ਬਦਲਦੇ ਜਾਂਦੇ ਹਾਂ। ਸਾਡਾ ਆਲਾ ਦੁਆਲਾ ਬਦਲਦਾ ਜਾਂਦਾ ਹੈ, ਔਰ ਹਰ ਚੇਂਜ ਵਾਸਤੇ ਐਨਰਜੀ ਚਾਹੀਦੀ ਹੈ, ਤਾਂ ਉੱਥੇ ਫੇਰ ਆ ਜਾਂਦਾ ਹੈ। ਜਦ ਤੱਕ ਨਾਮ ਦੀ ਅਵਸਥਾ ਦੇ ਅਸੀਂ ਮਾਲਕ ਨਹੀਂ ਬਣਦੇ, ਡਰ ਸਾਡੇ ਜੀਵਨ ਦਾ ਪ੍ਰਧਾਨ ਰਹੇਗਾ। ਪਰ ਜਦ ਅਸੀਂ ਨਾਮ ਨਾਲ ਜੁੜ ਜਾਵਾਂਗੇ, ਫਿਰ ਸਾਡੇ ਜੀਵਨ ਦਾ ਪ੍ਰਧਾਨ ਭਾਉ ਪੰਜਨ ਰਹੇਗਾ, ਫੀਅਰਲੈਸਨੈਸ, ਮਾਸਟਰ ਆਫ ਲਾਈਫ, ਜਿੱਥੇ ਡਰ ਨਹੀਂ ਹੈ। ਨਾ ਉਹ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਏ। ਉਹਨੂੰ ਕੋਈ ਮਾਰ ਨਹੀਂ ਸਕਦਾ, ਨਾ ਠੱਗ ਸਕਦਾ ਹੈ। ਜੋ ਵੈਲਥ ਉਹਦੇ ਕੋਲ ਹੈ, ਉਹ ਕੋਈ ਲੈ ਹੀ ਨਹੀਂ ਸਕਦਾ। ਇੱਕ ਇਹੋ ਜਿਹੀ ਅਵਸਥਾ ਦੀ ਗੱਲ ਅਸੀਂ ਚਲਾ ਰਹੇ ਹਾਂ, ਜਿੱਥੇ ਨਿਰਭਉ ਜੀਵਨ ਦਾ ਆਧਾਰ ਹੈ, ਔਰ ਉਸੇ ਜੀਵਨ ਨੂੰ ਅਸੀਂ ਜਾਣਦੇ ਹਾਂ ਪੈ ਦੇ ਰਸਤੇ। ਸਾਨੂੰ ਸਿਰਫ ਪੈ ਪਤਾ ਹੈ, ਪਰ ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਨਿਰਭਉ ਨੂੰ ਕਿਵੇਂ ਜਪ ਸਕਦੇ ਹਾਂ ਅਸੀਂ? ਬਾਣੀ ਦੇ ਜ਼ਰੀਏ। ਨਿਰਭਉ ਜਪੇ ਸਗਲ ਭਉ ਮਿਟੇ,
सारे डर मिट गए। कितने ही डरन मेरे को, मेरे तो यह ले न चाह सके कोई, मेरा यह कुछ बिगड़ ना जाए, मेरा यह नुकसान ना हो जाए। पर यह सारी चीज़ां इररेलेवेंट हो जाती हैं, क्योंकि जीवन का आधार ही नहीं रही है। जीवन का आधार वो अवस्था है जिहड़ी कोई ले ही नहीं सकता। निरभउ जपे सगल भउ मिटे, सारे भउ मिट गए, सारे डर मिट गए। प्रभ किरपा ते प्राणी छूटे, उदी किरपा नाल छुट गए। जैसे सेवा जैसा सेवे तैसा होए, निरभउ नूं सेव रहे हाँ, उदा ध्यान कर रहे हाँ, मन उसे अवस्था में चला जाता है। नानक नाम रते सदा सुख होए, सारा भेद इत्थे आ जाता है सदा शब्द का। जो सदा ਲਈ है दरअसल सिर्फ वही है, बाकी तो अज है साडे कोल, कल नहीं होएगा। यदी गारंटी है। समय का मतलब यही है। गुरमुख पाओ पंजन प्रधान, साडे जीवन का प्रधान निडरता प्रेम बन जाता है। पाओ पंजन मतलब प्रेम। जीवन का आधार प्रेम बन जाए, जीवन किवें दा होएगा। सारे जीवन विच प्रेम फ्लो करे, अनकंडीशनड लव। वो किसी कारण करके नहीं, बस वो उस अवस्था के मालक होने करके। गुरमुख लागे सहज ध्यान। महाराज सानू गुरमुख की उच्च दी अवस्था दसदे हैं, प्रेर रहे हैं इस पासे नूं टुरन लई। शब्दां तो, पिछले विचारां तो, प्रश्नां तो उठे प्रश्नां दे जवाब दे रहे हैं। गुरमुख करनी कार कराए, गुरमुख दी करनी सच्चे कार तो आप भी करता है, होरां नूं भी करांदा। साडा कार फर्क है, असी दुनियावी कारज करते हैं, सदा ਲਈ कारज नहीं हैं वो। और दुनियावी कारजां विच जितना भला हुंदा उतना नुकसान भी नाल हुंदा है। सरबत दा भला केवल नाम दे विच हाज़र है। गुरमुख करनी, गुरमुख दी करनी सच्चे कार वल है, और वो आप करता है, होरां नूं भी करांदा है। और इस कारण करके गुरमुख, नानक गुरमुख मेल मिलाए, वो मिल भी जाता है और मिला भी देता है। मिलन एक यूनिफिकेशन एनर्जी है। अजकल दी किवें दी पॉलिटिक्स है दुनिया दी, डिवाइड करके पॉलिटिशियन कंट्रोल करता है, क्योंकि गुरमुख नहीं है। पर गुरमुख मिला देता है, आप भी मिल जाता है। उस एक ओमकार वल सारी एनर्जी फ्लो करती है, जिथे सब एक है, सब मिल रहा है, सब जुड़ रहा है, सब यूनिफाई हो रहा है। मैं दूसरे नूं किवें दुख देंगा जब वो मेरा ही रूप होणगे। अगर एक ओमकार दे नाल असीं सारे जुड़े हाँ, तो मैं दूसरे नूं दुख नहीं दे पावांगा। पुरातन मायन सेइंग है एक, उन्हां दी भाषा विच कोई दूसरा नहीं है। वो कहंदे ने दी अदर मी, तुसी मेरा ही दूसरा रूप हो। कितने लोगों ने जान लिया है। असी उन्होंने प्रिमिटिव ट्राइब गिन सकते हैं, पर यह तो जीवन का शिखर है। जदों मैं जान लिया कि सब में जोत जोत है सोए, आवल अल्लाह नूर उपाया कुदरत के सब बंदे। एक नूर ते सब जग उपजिया, कौन भले कौन मंदे। वो कहते हैं दी अदर मी। मायन सिविलाइजेशन बहुत कमाल दी सिविलाइजेशन है। उन्हें यूनिट ऑफ मेजरमेंट मायन और इजिप्शियन यूनिट ऑफ मेजरमेंट सेम है, एंड दे आर सेपरेटेड बाय मैनी ओशंस एंड लॉट ऑफ टाइम डिफरेंस। पर यह किवें होया? यह भी कोई खेड ही है। कहंदे ने दी अदर मी। इस तरह साहिब ने सानू समझाया है कि गुरमुख मिल के सबनों मिला देता है। नानक गुरमुख मेल मिलाए। आओ असी भी अरदास करिए
ਮਿਲਣ ਦੀ। ਸਾਹਿਬ ਕਹਿੰਦੇ ਹਨ ਮੇਰੇ ਅੰਤਰ ਲੋਚਾ ਮਿਲਣ ਦੀ, ਮੈਂ ਮਿਲ ਜਾਵਾਂ। ਇਹ ਸਰੀਰ ਦੇ ਹੁੰਦੇ ਹੁੰਦੇ ਮੈਂ ਨਿਰੰਕਾਰ ਨੂੰ, ਸ਼ਬਦ ਨੂੰ, ਮਨ ਨੂੰ, ਮਨ ਦੇ ਸੱਤ ਨੂੰ, ਧਿਆਨ ਨੂੰ ਜਾਣ ਪਾਵਾਂ। ਆਓ ਅਸੀਂ ਸਾਰੇ ਆਪਣੇ ਅੰਤਰਮਨ ਵਿੱਚ ਅਰਦਾਸ ਕਰੀਏ ਕਿ ਇਹ ਅਵਸਥਾ ਸਾਨੂੰ ਗੁਰੂ ਬਖਸ਼ ਦੇ। ਪੁਕਾਰੀਏ ਮਹਾਰਾਜ ਦੀ ਇਹ ਅਲੌਕਿਕ ਅਪਾਰ ਪ੍ਰੇਮ ਵਾਲੀ ਬਾਣੀ ਦੀ ਵਿਚਾਰ ਰੰਗ ਦਿਖਾਉਂਦੀ ਹੈ। ਹਜ਼ੂਰ ਦੇ ਆਦੇਸ਼ਾਂ ਵਿੱਚ ਟੁਰਦੇ ਟੁਰਦੇ ਕੁਝ ਸਮਝ ਆਉਂਦੀ ਹੈ, ਪਰ ਕਈ ਗਲਤੀਆਂ ਵੀ ਹੁੰਦੀਆਂ ਹਨ। ਆਪ ਮੈਨੂੰ ਮਾफ़ ਕਰਨਾ। ਕੋਈ ਸੁਧਾਰ ਕਰਨਾ ਚਾਹੇ ਤੇ ਜ਼ਰੂਰ ਕਰਨਾ। आप कुछ कहना चाहो, कुछ प्रश्न करना चाहो, कुछ दसना चाहो, जी आया नूं। नानक गुरमुख मेल मिलाए। धन्यवाद।